ਡਾਕਟਰ ਬਿਕਰਮਜੀਤ ਸਿੰਘ ਕੰਸਲਟੈਂਟ ਨਿਊਰੋਸਰਜਨ ਬ੍ਰੇਨ ਐਂਡ ਸਪਾਈਨ ਸਰਜਨ। ਵਧੇਰੀ ਜਾਣਕਾਰੀ ਲਈ ਕਾਲ ਕਰੋ 84 370 29 338 ਅਤੇ 85 918 29 338। ਡਾਕਟਰ ਬਿਕਰਮਜੀਤ ਸਿੰਘ MBBS MS MCH SGPGI ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ ਜਲੰਧਰ। ਬ੍ਰੇਨ ਅਤੇ ਸਪਾਈਨ ਦੀ ਕਿਸੇ ਵੀ ਸਮੱਸਿਆ ਲਈ ਸੰਪਰਕ ਕਰੋ 84 370 29 338 ਅਤੇ 85 918 29 338। ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਅਮ੍ਰਿਤਾ ਮਦਾਨ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਸਿਹਤ ਨਾਲ ਸੰਬੰਧੀ ਇਸ ਖਾਸ ਸ਼ੋਅ ਵਿੱਚ। ਤੇ ਦਰਸ਼ਕੋ, ਅੱਜ ਦੇ ਇਸ ਸ਼ੋਅ ਵਿੱਚ ਅਸੀਂ ਗੱਲ ਕਰਾਂਗੇ ਸਪਾਈਨ ਯਾਨੀ ਕਿ ਰੀੜ੍ਹ ਦੀ ਹੱਡੀ ਦੀ ਪ੍ਰੋਬਲਮਸ ਬਾਰੇ। ਤੇ ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਬ੍ਰੇਨ ਅਤੇ ਸਪਾਈਨ ਸਰਜਨ ਡਾਕਟਰ ਬਿਕਰਮਜੀਤ ਸਿੰਘ। ਡਾਕਟਰ ਬਿਕਰਮਜੀਤ ਸਿੰਘ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਸ਼ੋਅ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲੇ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ, ਸਪਾਈਨ ਯਾਨੀ ਕਿ ਰੀੜ੍ਹ ਦੀ ਹੱਡੀ ਜੋ ਹੁੰਦੀ ਹੈ, ਕਿੰਨਾ ਕੁ ਅਹਿਮ ਰੋਲ ਹੈ ਉਹਦਾ ਸਾਡੀ ਬੋਡੀ ਵਿੱਚ? ਹਾਂ, ਸਪਾਈਨ ਜਾਂ ਰੀੜ੍ਹ ਦੀ ਹੱਡੀ ਦਾ ਬਹੁਤ ਹੀ ਜ਼ਿਆਦਾ ਰੋਲ ਹੈ। ਆਪਾਂ ਆਮ ਦੇਸੀ ਲੈਂਗੁਏਜ ਵੀ ਕਹਿੰਦੇ ਹਾਂ ਵੀ ਫਲਾਣੇ ਤਾਂ ਰੀੜ੍ਹ ਦੀ ਹੱਡੀ ਟੁੱਟ ਗਈ, ਜਾਂ ਵੈਸੇ ਹੀ ਜੇ ਬੰਦਾ ਵੈਸੇ ਹੀ ਵੀਕ ਹੋ ਜੇ ਤਾਂ ਬੇਸਿਕਲੀ ਇਹ ਜਿਹੜਾ ਸਾਡਾ ਇਰੈਕਟ ਪੋਸਚਰ ਹੈ, ਮਤਲਬ ਸਿੱਧਾ ਇਨਸਾਨ ਹੀ ਇੱਕ ਐਸਾ ਜਾਨਵਰ ਹੈ ਜੋ ਸਿੱਧਾ ਖੜਾ ਹੁੰਦਾ ਬਾਕੀ ਜਾਨਵਰ ਤੋਂ, ਤਾਂ ਉਹ ਸਿੱਧੇ ਖੜੇ ਦੇ ਪੋਸਚਰ ਦੇ ਵਿੱਚ ਬੜਾ ਰੋਲ ਹੈ। ਕਿਉਂਕਿ ਜੇ ਸਿਰ ਤੋਂ ਜਿਹੜਾ ਹੈ ਚੂਲਿਆਂ ਤੱਕ ਇੱਕ ਤਰ੍ਹਾਂ ਨਾਲ ਕਹਿ ਲਓ ਵੇਟ ਟ੍ਰਾਂਸਫਰ ਇਹਦੇ ਥਰੂ ਹੁੰਦਾ ਹੈ। ਤੇ ਜਿਹੜੀ ਇਹ ਸਪਾਈਨ ਹੈ ਇਹ ਮਣਕਿਆਂ ਤੇ ਡਿਸਕਾਂ ਦੇ ਜੋ ਹੈ ਕੰਬੀਨੇਸ਼ਨ ਨਾਲ ਬਣਦੀ ਹੈ, ਇੱਕ ਮਣਕਾ ਇੱਕ ਡਿਸਕ। ਤੇ ਇਸ ਤਰ੍ਹਾਂ ਦੀ ਅਰੇਂਜਮੈਂਟ ਨਾਲ ਇੱਕ ਤਰ੍ਹਾਂ ਦਾ ਬਾਡੀ ਦੇ ਸ਼ੌਕਰ ਦਾ ਕੰਮ ਵੀ ਕਰਦੀ ਹੈ। ਅਸੀਂ ਜੰਪਿੰਗ ਕਰਦੇ ਹਾਂ, ਹੋਰ ਕਰਦੇ ਹਾਂ, ਉਦੋਂ ਤੱਕ ਸਾਡੇ ਜੋ ਇੰਟਰਨਲ ਆਰਗਨਸ ਹੈ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਸੱਟ ਨਾ ਲੱਗੇ, ਉਸ ਚੀਜ਼ ਨੂੰ ਵੀ ਪ੍ਰੀਵੈਂਟ ਕਰਦੀ ਹੈ। ਤੇ ਇਸ ਤੋਂ ਜਿਹੜਾ ਹੋਰ ਵੀ ਇੰਪੋਰਟੈਂਟ ਰੋਲ ਹੈ, ਜਿਹੜਾ ਬ੍ਰੇਨ ਤੋਂ ਇਨਫੋਰਮੇਸ਼ਨ ਹੈ ਪੂਰੇ ਸਰੀਰ ਨੂੰ, ਇਹ ਸਪਾਈਨਲ ਕਾਰਡ ਜਿਹੜੀ ਹੁੰਦੀ ਹੈ, ਜਿਹਨੂੰ ਆਪਾਂ ਸੁਖਮਨਾ ਨਾੜੀ ਕਹਿੰਦੇ ਹਾਂ, ਉਹਦੇ ਥਰੂ ਜਾਂਦੀ ਹੈ। ਤੇ ਪੂਰੇ ਸਰੀਰ ਤੋਂ ਜਿਹੜੀ ਇਨਫੋਰਮੇਸ਼ਨ ਬ੍ਰੇਨ ਨੂੰ ਉਹ ਵੀ ਇਸੇ ਦੇ ਥਰੂ ਹੀ ਜਾਂਦੀ ਹੈ। ਤੇ ਇਸ ਲਈ ਇਹ ਬਹੁਤ ਹੀ ਇੰਪੋਰਟੈਂਟ ਸਟਰਕਚਰ ਹੈ ਜੀ। ਸਰ, ਕਈ ਵਾਰੀ ਅਸੀਂ ਸੁਣਦੇ ਹਾਂ ਕਿ ਸਪਾਈਨ ਵਿੱਚ ਪ੍ਰੋਬਲਮ ਹੋ ਗਈ, ਤੇ ਕਿਹੜੀ ਪ੍ਰੋਬਲਮਸ ਹੁੰਦੀਆਂ ਜਿਹੜੀ ਸਪਾਈਨ ਵਿੱਚ ਹੁੰਦੀਆਂ ਨੇ? ਹਾਂਜੀ, ਸਪਾਈਨ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਹੋ ਸਕਦੀਆਂ। ਪਹਿਲੇ ਨੰਬਰ 'ਤੇ ਤਾਂ ਜਮਾਂਦਰੂ ਪ੍ਰੋਬਲਮ ਹੋ ਸਕਦੀ ਹੈ ਕਿ ਜਮਾਂਦਰੂ ਹੀ ਜਿਹੜੀ ਸਪਾਈਨ ਹੈ ਮਾਂ ਦੇ ਪੇਟ 'ਚ ਹੀ ਠੀਕ ਨਹੀਂ ਬਣੀ ਹੈ, ਜਿਹਨੂੰ ਅਸੀਂ ਸਪਾਈਨਾ ਬਾਈਫਿਡਾ ਕਹਿ ਦਿੰਦੇ ਹਾਂ ਜਾਂ ਟੀਥਰਡ ਕਾਰਡ ਕਹਿ ਦਿੰਦੇ ਹਾਂ। ਇਸ ਤੋਂ ਇਲਾਵਾ ਜਿਹੜੀਆਂ ਉਮਰ ਦੇ ਨਾਲ ਕਹਿ ਲਓ ਵੀ ਜਿਹੜਾ ਆਪਣਾ ਬੈਡ ਪੋਸਚਰ ਕਰਕੇ ਸਪਾਈਨ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ, ਜਿਹਨੂੰ ਆਪਾਂ ਸਰਵਾਈਕਲ ਸਪੌਂਡਿਲੋਸਿਸ ਕਹਿ ਦਿੰਦੇ ਹਾਂ, ਤੇ ਜਾਂ ਸ਼ਿਆਟਿਕਾ ਦੀ ਪ੍ਰੋਬਲਮ ਕਹਿ ਦਿੰਦੇ ਹਾਂ। ਇਸ ਤੋਂ ਇਲਾਵਾ ਜਦੋਂ 올ਡ ਏਜ ਦੇ ਵਿੱਚ ਜਦੋਂ ਸਪਾਈਨ ਵੀਕ ਹੋਣ ਲੱਗਦੀ ਹੈ ਉਦੋਂ ਓਸਟੀਓਪੋਰੋਸਿਸ ਦੀ ਪ੍ਰੋਬਲਮ ਹੋ ਜਾਂਦੀ ਹੈ, ਜਿਹਦੇ ਕਰਕੇ ਮਣ ਕੇ ਬੈਠਣ ਲੱਗਦੇ ਆ, ਜਿਹਨੂੰ ਆਪਾਂ ਓਸਟੀਓਪੋਰੋਟਿਕ ਫ੍ਰੈਕਚਰ ਕਹਿ ਦਿੰਦੇ ਹਾਂ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਜਿਹੜਾ ਤੇਜ਼ ਜ਼ਿੰਦਗੀ ਹੈ, ਟਰੋਮਾ, ਜਿਵੇਂ ਸੱਟ ਜਿਹੜੀ ਖਾਸ ਕਰਕੇ ਐਕਸੀਡੈਂਟਾਂ 'ਚ ਹਰ ਔਰਗਨ ਹੀ ਡੈਮੇਜ ਹੁੰਦਾ ਤੇ ਸਪਾਈਨ ਵੀ ਡੈਮੇਜ ਹੁੰਦੀ ਆ, ਤਾਂ ਟਰੋਮੈਟਿਕ ਜਿਹੜੀ ਸਪਾਈਨਲ ਕਾਰਡ ਇੰਜਰੀ ਵੀ ਹੋ ਜਾਂਦੀ ਹੈ। ਤੇ ਉਸ ਤੋਂ ਇਲਾਵਾ ਸਪਾਈਨ ਦੇ ਇਨਫੈਕਸ਼ਨ ਵੀ ਹੋ ਜਾਂਦੇ ਹਨ, ਤੇ ਸਪਾਈਨ ਦੇ ਵਿੱਚ ਟਿਊਮਰ ਵੀ ਹੋ ਜਾਂਦੇ ਹਨ। ਇਹ ਸਾਰੀਆਂ ਪ੍ਰੋਬਲਮ ਸਪਾਈਨ 'ਚ ਹੁੰਦੀਆਂ। ਡਾਕਟਰ ਬਿਕਰਮਜੀਤ ਸਿੰਘ ਕੰਸਲਟੈਂਟ ਨਿਊਰੋਸਰਜਨ ਬ੍ਰੇਨ ਐਂਡ ਸਪਾਈਨ ਸਰਜਨ। ਵਧੇਰੀ ਜਾਣਕਾਰੀ ਲਈ ਕਾਲ ਕਰੋ 84 370 29 338 ਅਤੇ 85 918 29 338। ਡਾਕਟਰ ਬਿਕਰਮਜੀਤ ਸਿੰਘ MBBS MS MCH SGPGI ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ ਜਲੰਧਰ। ਬ੍ਰੇਨ ਅਤੇ ਸਪਾਈਨ ਦੀ ਕਿਸੇ ਵੀ ਸਮੱਸਿਆ ਲਈ ਸੰਪਰਕ ਕਰੋ 84 370 29 338 ਅਤੇ 85 918 29 338। ਸਰ, ਹੁਣ ਅਸੀਂ ਡਿਟੇਲ ਵਿੱਚ ਡਿਸਕਸ ਕਰਦੇ ਹਾਂ ਸਪਾਈਨ ਦੀ ਪ੍ਰੋਬਲਮ ਦੀ। ਸਭ ਤੋਂ ਪਹਿਲੇ ਸ਼ੁਰੂਆਤ ਕਰਦੇ ਹਾਂ, ਜਿੱਦਾਂ ਤੁਸੀਂ ਦੱਸਿਆ ਕਿ ਜਮਾਂਦਰੂ ਸਪਾਈਨ ਦੀ ਪ੍ਰੋਬਲਮ ਹੁੰਦੀ ਹੈ ਕਈ ਬੱਚਿਆਂ ਨੂੰ ਮਾਂ ਦੇ ਪੇਟ ਤੋਂ ਹੀ। ਉਹਦੇ ਸਿੰਪਟਮਸ ਕੀ ਹੁੰਦੇ ਨੇ ਜਾਂ ਕਿਵੇਂ ਪਤਾ ਲੱਗਦਾ ਜਾਂ ਕਿਉਰੇਬਲ ਹੈ? ਹਾਂਜੀ, ਇਹ ਬੜਾ ਇੰਪੋਰਟੈਂਟ ਕੁਐਸਚਨ ਪੁੱਛਿਆ। ਜਿਹੜੀ ਜਮਾਂਦਰੂ ਪ੍ਰੋਬਲਮ ਹੈ ਉਹਦਾ ਸਭ ਤੋਂ ਪਹਿਲਾ ਸਿੰਪਟਮ ਤਾਂ ਇਹੀ ਹੈ ਵੀ ਜਦੋਂ ਬੱਚਾ ਪੈਦਾ ਹੁੰਦਾ ਤਾਂ ਉਹਦੇ ਪਿੱਛੇ ਰੀੜ੍ਹ ਦੀ ਹੱਡੀ ਦੇ ਪਿੱਛੇ ਨਾ ਇੱਕ ਫੋੜਾ ਜਿਹਾ ਦਿਖਦਾ ਹੈ, ਜਿਹਨੂੰ ਅਸੀਂ ਮੈਨਿੰਜੋਸਟੀਲ ਕਹਿ ਦਿੰਦੇ ਹਾਂ। ਇਸ ਤੋਂ ਇਲਾਵਾ ਕਈ ਵਾਰ ਪਿੱਛੇ ਜਿਵੇਂ ਆਪਣਾ ਬਾਲਾਂ ਦਾ ਗੁੱਛਾ ਵੀ ਦਿਖਦਾ ਹੈ, ਜਾਂ ਕਈ ਵਾਰ ਵੈਸੇ ਬੱਚਾ ਬਿਲਕੁਲ ਠੀਕ ਹੁੰਦਾ, ਜਦੋਂ ਉਹ ਤੁਰਨ ਦੀ ਜਾਂਦੀ ਹੈ ਤਾਂ ਉਹ ਪ੍ਰੋਪਰ ਤੁਰ ਫਿਰ ਨਹੀਂ ਪਾਉਂਦਾ, ਲੈਟਰਿਨ ਬਾਥਰੂਮ ਦਾ ਕੰਟਰੋਲ ਨਹੀਂ ਹੋ ਪਾਉਂਦਾ। ਤੇ ਇਹਦਾ ਜਿਹੜਾ ਮੇਨ ਕਾਰਨ ਹੈ ਜਿਹੜਾ ਜਮਾਂਦਰੂ ਸਪਾਈਨ ਦੀ ਪ੍ਰੋਬਲਮ ਦਾ, ਇੱਕ ਤਾਂ ਜੈਨੇਟਿਕ ਵੀ ਹੋ ਸਕਦਾ ਹੈ, ਬਟ ਉਸ ਤੋਂ ਇਲਾਵਾ ਫੋਲਿਕ ਐਸਿਡ ਦੀ ਕਮੀ, ਜਾਂ ਜਨਮ ਦੇ ਜਦੋਂ ਬੱਚਾ ਮਾਂ ਦੇ ਪੇਟ 'ਚ ਹੁੰਦਾ ਉਦੋਂ ਮਾਂ ਨੂੰ ਪ੍ਰੋਪਰ ਡਾਈਟ ਨਾ ਮਿਲਣਾ, ਜਾਂ ਉਦੋਂ ਕੋਈ ਰੇਡੀਏਸ਼ਨ ਐਕਸਪੋਜ਼ਰ ਹੋ ਜਾਣਾ ਜਾਂ ਟਰੋਮਾ ਹੋ ਜਾਣਾ, ਉਹਨਾਂ ਚੀਜ਼ਾਂ ਕਰਕੇ ਜਿਹੜੀ ਇਹ ਜਮਾਂਦਰੂ ਸਪਾਈਨ ਦੀ ਪ੍ਰੋਬਲਮ ਆਉਂਦੀ ਹੈ। ਤਾਂ ਪਹਿਲੇ ਨੰਬਰ 'ਤੇ ਤਾਂ ਇਹਦਾ ਪ੍ਰੀਵੈਂਸ਼ਨ ਇਹੀ ਹੈ ਵੀ ਮਾਂ ਦਾ ਜਦੋਂ ਪ੍ਰੋਪਰ ਉਹ ਉਮਰ ਹੋਵੇ ਉਹਦੀ ਉਦੋਂ ਹੀ ਬੱਚਾ ਧਾਰਨ ਕਰੇ। ਜਿਵੇਂ ਬਹੁਤ ਯੰਗ ਜਾਂ ਬਹੁਤ 올ਡ ਏਜ 'ਚ ਬੱਚਾ ਧਾਰਨ ਕਰਕੇ ਵੀ ਇਹ ਪ੍ਰੋਬਲਮ ਹੋ ਜਾਂਦੀ ਹੈ। ਉਸ ਤੋਂ ਇਲਾਵਾ ਪ੍ਰੈਗਨੈਂਸੀ 'ਚ ਮਾਂ ਦਾ ਜਿਹੜਾ ਹੈ ਪ੍ਰੋਪਰ ਉਹਦੀ ਡਾਈਟ ਦਾ ਧਿਆਨ ਰੱਖਿਆ ਜਾਵੇ, ਹੈ ਨਾ। ਤੇ ਜੇ ਮਤਲਬ ਤੁਹਾਨੂੰ ਲੱਗਦਾ ਵੀ ਬੱਚਾ ਪੈਦਾ ਹੋਇਆ ਤਾਂ ਉਹਦੇ ਕੋਈ ਪਿੱਛੇ ਫੋੜਾ ਹੈ ਤਾਂ ਤੁਰੰਤ ਜਿਹੜਾ ਹੈ ਸਪਾਈਨ ਦੇ ਸਪੈਸ਼ਲਿਸਟ ਡਾਕਟਰ ਨੂੰ ਦਿਖਾਇਆ ਜਾਵੇ, ਤੇ ਉਹਦਾ ਫਿਰ ਅੱਗੇ ਜੋ ਵੀ ਸਰਜਰੀ ਜਾਂ ਟ੍ਰੀਟਮੈਂਟ ਬਣਦਾ ਹੈ ਤੇ ਉਹ ਕੀਤਾ ਜਾਵੇ। ਜਾਂ ਜਿਵੇਂ ਮੈਂ ਤੁਹਾਨੂੰ ਦੱਸੀ ਹੈ ਵੀ ਜਦੋਂ ਬੱਚਾ 3-4 ਸਾਲ ਦਾ ਹੁੰਦਾ ਹੈ, ਜੋ ਪ੍ਰੋਪਰ ਤੁਰਨ ਨਹੀਂ ਲੱਗ ਰਿਹਾ ਟਾਈਮ 'ਤੇ,
ਜਾਂ ਤੁਰਨ ਲੱਗਣ ਤੋਂ ਬਾਅਦ 'ਚ ਲੱਤਾਂ 'ਚ ਕਮਜ਼ੋਰੀ ਆਉਂਦੀ ਹੈ, ਉਹਨੂੰ ਵੀ ਜਿਹੜਾ ਪ੍ਰੋਪਰ ਹੈ ਇਵੈਲੂਏਸ਼ਨ ਉਹਦੀ ਹੋਣੀ ਚਾਹੀਦੀ ਹੈ। ਠੀਕ ਹੈ ਜੀ ਸਰ, ਅਸੀਂ ਬੜੀ ਵਾਰ ਸੁਣਦੇ ਹਾਂ ਕਿ ਅੱਜ ਕੱਲ੍ਹ ਆਮ ਲੋਕੀ ਕਹਿੰਦੇ ਨੇ ਕਿ ਸਾਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਨਾ, ਕੀ ਹੁੰਦੀ ਹੈ ਸਰਵਾਈਕਲ ਔਰ ਇਹਦੇ ਸਿੰਪਟਮਸ ਕੀ ਨੇ? ਹਾਂਜੀ, ਜੋ ਸਰਵਾਈਕਲ ਸਪੌਂਡਲੋਸਿਸ ਹੈ ਜਾਂ ਜਿਹਨੂੰ ਆਮ ਲੋਕ ਸਰਵਾਈਕਲ ਦੀ ਪ੍ਰੋਬਲਮ ਕਹਿੰਦੇ ਆ, ਇਹ ਬੇਸਿਕਲੀ ਕਹਿ ਲਓ ਇੱਕ ਤਰ੍ਹਾਂ ਨਾਲ ਵੀਅਰ ਐਂਡ ਟੀਅਰ ਚੇਂਜਸ ਹੈਗੀਆਂ ਤੁਹਾਡੀ ਗਰਦਨ ਦੀ ਜਿਹੜੀ ਸਪਾਈਨ ਹੈ, ਜਿਹਨੂੰ ਅਸੀਂ ਸਰਵਾਈਕਲ ਸਪਾਈਨ ਕਹਿ ਦਿੰਦੇ ਹਾਂ। ਇਹ ਵੀਅਰ ਐਂਡ ਟੀਅਰ ਕੀ ਹੋ ਸਕਦੀ ਹੈ ਵੀ ਖਾਸ ਕਰਕੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕੰਪਿਊਟਰ ਦਾ ਯੁੱਗ ਹੈ, ਤਾਂ ਲਗਾਤਾਰ ਇੱਕੋ ਪੋਸਚਰ 'ਚ ਬੈਠਣ ਕਰਕੇ ਜਾਂ ਕੋਈ ਬਹੁਤ ਜ਼ਿਆਦਾ ਭਾਰ ਚੱਕਣ ਕਰਕੇ ਜਾਂ ਹੋਰ ਚੀਜ਼ਾਂ ਕਰਕੇ ਜਿਹੜੀ ਸਰਵਾਈਕਲ ਸਪਾਈਨ ਆ ਉਹਦੇ ਜਿਹੜੇ ਸਟਰਕਚਰ ਦਾ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਚੇਂਜਸ ਆਉਣ ਲੱਗਦੀਆਂ। ਕੀ ਹੁੰਦਾ, ਮਣਕਿਆਂ ਤੇ ਐਕਸਟਰਾ ਹੱਡੀ ਬਣਨ ਲੱਗਦੀ ਹੈ ਜਿਹਨੂੰ ਅਸੀਂ ਓਸਟੀਓਫਾਈਟਸ ਕਹਿ ਦਿੰਦੇ ਆ, ਜਾਂ ਜਿਹੜੀ ਡਿਸਕ ਆ ਉਹ ਖਰਾਬ ਹੋ ਜਾਂਦੀ ਹੈ, ਜਾਂ ਡਿਸਕ ਖਰਾਬ ਹੋ ਕੇ ਜਿਹੜੀ ਹੈ ਹਿੱਲ ਜਾਂਦੀ ਹੈ, ਤੇ ਜਾਂ ਫਿਰ ਹੋਰ ਐਕਸਟਰਾ ਮਾਸ ਵਧਣ ਲੱਗ ਜਾਂਦਾ। ਇਹ ਸਾਰੇ ਪ੍ਰੋਸੈਸ ਨਾਲ ਕੀ ਹੁੰਦਾ, ਜਿਹੜੀਆਂ ਨਰਵਸ ਨਿਕਲ ਰਹੀਆਂ ਹੈਗੀਆਂ ਸਰਵਾਈਕਲ ਸਪਾਈਨ ਚੋਂ ਜਾਂ ਜਿਹੜੀਆਂ ਬਲੱਡ ਵੈਸਲਸ ਨਿਕਲ ਰਹੀਆਂ ਉਹ ਜਿਹੜੀਆਂ ਹੈ ਪ੍ਰੈਸ ਹੋ ਜਾਂਦੀਆਂ ਹਨ। ਇਸ ਕਰਕੇ ਫਿਰ ਜਿਹੜੇ ਸਰਵਾਈਕਲ ਸਪੌਂਡਲੋਸਿਸ ਦੇ ਸਿੰਪਟਮ ਹੈਗੇ, ਜਿਵੇਂ ਗਰਦਨ 'ਚ ਦਰਦ ਰਹਿਣਾ, ਜਾਂ ਜਿਹੜਾ ਗਰਦਨ ਦਾ ਦਰਦ ਹੈ ਉਹ ਬਾਹਾਂ 'ਚ ਜਾਣਾ, ਜਾਂ ਪੇਸ਼ੈਂਟ ਨੂੰ ਚੱਕਰ ਆਣੇ, ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਸਿੰਪਟਮਸ ਹੈ ਉਹ ਸ਼ੁਰੂ ਹੋ ਜਾਂਦੇ ਹਨ। ਜੀ ਡਾਕਟਰ ਬਿਕਰਮਜੀਤ ਸਿੰਘ, ਕੰਸਲਟੈਂਟ ਨਿਊਰੋਸਰਜਨ, ਬ੍ਰੇਨ ਐਂਡ ਸਪਾਈਨ ਸਰਜਨ। ਵਧੇਰੀ ਜਾਣਕਾਰੀ ਲਈ ਕਾਲ ਕਰੋ 84 370 29 338 ਅਤੇ 85 918 29 338। ਡਾਕਟਰ ਬਿਕਰਮਜੀਤ ਸਿੰਘ, MBBS, MS, MCH, SGPGI, ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ ਜਲੰਧਰ। ਬ੍ਰੇਨ ਅਤੇ ਸਪਾਈਨ ਦੀ ਕਿਸੇ ਵੀ ਸਮੱਸਿਆ ਲਈ ਸੰਪਰਕ ਕਰੋ 84 370 29 338 ਅਤੇ 85 918 29 338। ਡਾਕਟਰ ਸਾਹਿਬ, ਕੋਈ ਪਾਰਟਿਕੂਲਰ ਏਜ ਹੁੰਦੀ ਹੈ ਸਰਵਾਈਕਲ ਦੀ ਕਿ ਜਿੱਦਾਂ ਤੁਸੀਂ ਦੱਸਿਆ ਕਿ ਕੰਪਿਊਟਰ ਜਿਹੜੇ ਅੱਜ ਕੱਲ੍ਹ ਅਸੀਂ ਜ਼ਿਆਦਾ ਕੰਮ ਕਰਦੇ ਹਾਂ, ਸਪੈਸ਼ਲੀ ਜਦੋਂ ਤੋਂ ਵਰਕ ਫਰਮ ਹੋਮ ਸ਼ੁਰੂ ਹੋਇਆ, ਪੋਸਚਰ ਸਾਡਾ ਬਹੁਤ ਖਰਾਬ ਹੋ ਗਿਆ, ਕੋਈ ਪਾਰਟਿਕੂਲਰ ਏਜ ਹੈ ਸਰਵਾਈਕਲ ਦੀ, ਕਿਸੇ ਵੀ ਏਜ ਵਿੱਚ ਹੋ ਸਕਦਾ? ਐਕਚੁਅਲੀ ਜਦੋਂ ਕਹਿ ਲਓ ਵੀ ਕੰਪਿਊਟਰ ਆਇਆ, ਜਿਵੇਂ ਹੁਣ ਅਸੀਂ ਲੋਕਾਂ ਨੇ ਜਦੋਂ ਕੰਪਿਊਟਰ ਐਕਸਪੋਜ਼ ਕੀਤਾ ਉਦੋਂ ਸਾਡੀ ਉਮਰ 15-20 ਸਾਲ ਸੀ, ਬਟ ਜਿਹੜੇ ਅੱਜ ਕੱਲ੍ਹ ਦੇ ਬੱਚੇ ਆ ਉਹ ਤਾਂ ਜਨਮ ਤੋਂ ਹੀ ਕੰਪਿਊਟਰ ਐਕਸਪੋਜ਼ ਕਰ ਰਹੇ ਆ। ਤਾਂ ਪਹਿਲਾਂ ਇਹਦੀ ਏਜ ਨਾਰਮਲੀ 40-50 ਸਾਲ ਸੀਗੀ ਜੋ ਸਰਵਾਈਕਲ ਸਪੌਂਡਲੋਸਿਸ ਦੇ ਸਿੰਪਟਮ ਆਣੇ, ਬਟ ਹੁਣ ਜਿਵੇਂ ਜਿਵੇਂ ਐਕਸਪੋਜ਼ਰ ਵੱਧ ਰਿਹਾ ਤੇ ਜ਼ਿਆਦਾ ਹੋ ਰਿਹਾ, ਤਾਂ ਆਈ ਥਿੰਕ ਕੋਈ ਏਜ ਵੀ ਇਹ ਤੋਂ ਐਗਜ਼ੈਂਪਟ ਨਹੀਂ ਹੈ। ਈਵਨ ਛੋਟੇ ਛੋਟੇ ਬੱਚੇ ਵੀ ਕਈ ਵਾਰ 10-10 12-12 ਸਾਲ ਦੇ ਬੱਚੇ ਵੀ ਇਹਨਾਂ ਸਿੰਪਟਮ ਨਾਲ ਆਉਂਦੇ ਆ। ਜੀ ਬਿਲਕੁਲ। ਡਾਕਟਰ ਸਾਹਿਬ, ਇੱਕ ਹੁੰਦਾ ਹੈ ਰਿੰਗਣ ਦਾ ਜਿਹੜਾ ਦਰਦ ਹੁੰਦਾ ਹੈ ਨਾ, ਤੇ ਉਹ ਕੀ ਚੀਜ਼ ਹੁੰਦੀ ਹੈ, ਮਤਲਬ ਕੀ ਉਹਨੂੰ ਕਿਵੇਂ ਤੁਸੀਂ ਐਕਸਪਲੇਨ ਕਰੋਗੇ? ਹਾਂਜੀ ਹਾਂ, ਰਿੰਗਣ ਦਾ ਦਰਦ ਬੇਸਿਕਲੀ ਜੇ ਆਪਾਂ ਜਿਹੜਾ ਦੇਸੀ ਲੈਂਗੁਏਜ ਕਹਿੰਦੇ ਆ ਵੀ ਜਦੋਂ ਕਮਰ ਦਾ ਦਰਦ ਲੱਤ ਜਾਣ ਲੱਗ ਜੇ ਤਾਂ ਉਹਨੂੰ ਆਪਾਂ ਰਿੰਗਣ ਦਾ ਦਰਦ ਕਹਿ ਦਿੰਦੇ ਆ, ਜਾਂ ਸ਼ਿਆਟਿਕਾ ਦੀ ਪ੍ਰੋਬਲਮ ਕਹਿੰਦੇ ਆ। ਇਹ ਵੀ ਉਹੀ ਬੈਡ ਪੋਸਚਰ ਹੀ ਇਹਦਾ ਮੇਨ ਰੀਜ਼ਨ ਹੈ। ਲਗਾਤਾਰ ਬੈਠਣ ਕਰਕੇ ਜਿਹੜੀ ਤੁਹਾਡੀਆਂ ਕਮਰ ਦੀ ਜਿਹੜੀ ਸਪਾਈਨ ਹੈ, ਲੰਬਰ ਸਪਾਈਨ ਹੈ, ਉਹਦੀਆਂ ਡਿਸਕਾਂ ਖਰਾਬ ਹੋ ਜਾਂਦੀਆਂ ਹਨ। ਖਰਾਬ ਹੋਣ ਕਰਕੇ ਉਹ ਡਿਸਕ ਹਿੱਲ ਕੇ ਨਾੜ ਨੂੰ ਪ੍ਰੈਸ ਕਰ ਦਿੰਦੀ ਹੈ, ਤੇ ਇਸ ਕਰਕੇ ਜਿਹੜਾ ਲੱਤ ਦੇ ਵਿੱਚ ਦਰਦ ਜਾਣ ਲੱਗਦਾ ਹੈ। ਇਹ ਜਿਹੜਾ ਇਨੀਸ਼ੀਅਲ ਸਟੇਜ ਹੈ, ਬਟ ਅਗਰ ਇਸ ਸਟੇਜ ਤੇ ਵੀ ਪੇਸ਼ੈਂਟ ਧਿਆਨ ਨਹੀਂ ਦਿੰਦਾ, ਕਈ ਵਾਰ ਨਾੜਾਂ ਜ਼ਿਆਦਾ ਪ੍ਰੈਸ ਹੋ ਜਾਣ ਤਾਂ ਲੱਤ ਕਮਜ਼ੋਰ ਵੀ ਹੋ ਸਕਦੀ ਹੈ, ਤੇ ਈਵਨ ਲੈਟਰਿਨ ਬਾਥਰੂਮ ਦੇ ਵਿੱਚ ਵੀ ਦਿੱਕਤ ਆ ਸਕਦੀ ਹੈ। ਡਾਕਟਰ ਸਾਹਿਬ, ਇਹ ਤਾਂ ਗੱਲ ਹੋ ਗਈ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਸਪਾਈਨ ਵਿੱਚ ਜਾਂ ਤਾਂ ਪ੍ਰੋਬਲਮ ਆ ਰਹੀ ਹੈ ਜਾਂ ਕੋਈ ਦਰਦ ਵਗੈਰਾ ਹੋ ਰਹੀ ਹੈ, ਪਰ ਕਈ ਵਾਰੀ ਲੋਕਾਂ ਨੂੰ ਇਨਫੈਕਸ਼ਨ ਹੋ ਜਾਂਦੀ ਸਪਾਈਨ ਵਿੱਚ, ਉਹ ਕੀ ਚੀਜ਼ ਹੁੰਦੀ ਹੈ? ਹਾਂਜੀ, ਜੋ ਸਪਾਈਨ ਦੇ ਇਨਫੈਕਸ਼ਨ ਹੈ ਇਹ ਵੀ ਕਾਫੀ ਕਾਮਨ ਹੈ, ਖਾਸ ਕਰਕੇ ਸਪਾਈਨ ਦੀ ਟੀਬੀ ਕਾਫੀ ਕਾਮਨ ਹੈ ਜੀ। ਇਹਦੇ 2-3 ਕਾਰਨ ਹੈ। ਇੱਕ ਤਾਂ ਇਹ ਹੈ ਕਿ ਜਿਵੇਂ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਜਿਵੇਂ ਮੈਡੀਕਲ ਸਾਇੰਸ ਤਰੱਕੀ ਕਰ ਰਹੀ ਹੈ, ਤਾਂ ਜਿਹੜੀ ਲੌਂਗੇਵਿਟੀ ਵੱਧ ਰਹੀ ਹੈ, ਮਤਲਬ ਲੋਕ ਜ਼ਿਆਦਾ ਲੰਬੇ ਸਮੇਂ ਤੱਕ ਜੀ ਰਹੇ ਹੈ ਜੀ। ਤੇ ਖਾਸ ਕਰਕੇ ਐਸੇ ਲੋਕਾਂ ਦੀ ਗਿਣਤੀ ਵੀ ਬਹੁਤ ਵੱਧ ਰਹੀ ਹੈ ਜਿਨ੍ਹਾਂ ਨੂੰ ਸ਼ੂਗਰ ਹੈ, BP ਹੈ, ਜਾਂ ਕੋਈ ਲਿਵਰ ਦੀ ਪ੍ਰੋਬਲਮ ਹੈ, ਜਾਂ ਈਵਨ ਪੋਸਟ ਟ੍ਰਾਂਸਪਲਾਂਟ ਪੇਸ਼ੈਂਟ ਹੈਗੇ ਆ। ਕਹਿਣ ਦਾ ਭਾਵ ਹੈ ਜਾਂ ਈਵਨ HIV ਦੇ ਪੇਸ਼ੈਂਟ ਨਾਰਮਲੀ, ਕਿਉਂਕਿ ਸਪਾਈਨ ਤੇ ਬ੍ਰੇਨ ਸਾਡਾ ਬੋਡੀ ਦਾ ਬੜਾ ਹੀ ਇੰਪੋਰਟੈਂਟ ਸਟਰਕਚਰ ਹੈ, ਤਾਂ ਨਾਰਮਲੀ ਇਹਨਾਂ ਨੂੰ ਇਨਫੈਕਸ਼ਨ ਨਹੀਂ ਹੁੰਦਾ। ਬਟ ਇਹੋ ਜਿਹੇ ਪੇਸ਼ੈਂਟ ਜਿਨ੍ਹਾਂ 'ਚ ਆਲਰੇਡੀ ਇਮਿਊਨ ਸਿਸਟਮ ਵੀਕ ਹੈ, ਉਹਨਾਂ ਦੇ ਵਿੱਚ ਫਿਰ ਇਹਦਾ ਸਪਾਈਨ ਦਾ ਇਨਫੈਕਸ਼ਨ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈ। ਤੇ ਇਹਦੇ ਫਿਰ ਕਈ ਵਾਰ ਅਗਰ ਟਾਈਮ ਤੇ ਪੇਸ਼ੈਂਟ ਨਾ ਆਇਡੈਂਟੀਫਾਈ ਕਰੇ ਤਾਂ ਇਹਦੇ ਬਹੁਤ ਕਹਿ ਲਓ ਡੈਵਸਟੇਟਿੰਗ ਸਾਈਡ ਇਫੈਕਟ ਵੀ ਹੈ। ਕਈ ਵਾਰ ਪੂਰਾ ਨੀਚੇ ਵਾਲਾ ਪਾਸਾ ਹੀ ਰਹਿ ਜਾਂਦਾ ਹੈ। ਤੇ ਖਾਸ ਕਰਕੇ ਅਗਰ ਕੋਈ ਪੇਸ਼ੈਂਟ ਜਿਹਨੂੰ ਜਿਹੜੀਆਂ ਮੈਂ ਤੁਹਾਨੂੰ ਜਿਵੇਂ ਪ੍ਰੋਬਲਮਾਂ ਦੱਸੀਆਂ ਨੇ, ਕੋਈ ਸ਼ੂਗਰ ਦਾ ਮਰੀਜ਼ ਹੈ, ਜਾਂ ਕੋਈ ਕਿਡਨੀ ਫੇਲ ਹੋਈ ਵਾਲਾ ਮਰੀਜ਼ ਹੈ, ਜਾਂ ਕੋਈ ਹੋਰ ਇਦਾਂ ਦਾ ਮਰੀਜ਼ ਨੂੰ ਅਗਰ ਬਹੁਤ ਜ਼ਿਆਦਾ ਸਪਾਈਨ ਵਾਲੀ ਕਮਰ ਜਾਂ ਗਰਦਨ 'ਚ ਦਰਦ ਹੋ ਰਿਹਾ, ਤਾਂ ਉਹਨੂੰ ਤੁਰੰਤ ਇਵੈਲੂਏਸ਼ਨ ਕਰਾਉਣੀ ਚਾਹੀਦੀ ਹੈ, ਕਿਉਂਕਿ ਹੋ ਸਕਦਾ ਉਹਨੂੰ ਸਪਾਈਨ ਦਾ ਇਨਫੈਕਸ਼ਨ ਨਹੀਂ ਹੋਇਆ ਹੋਵੇ। ਜੇ ਆਪਾਂ ਟਾਈਮ ਤੇ ਇਨਫੈਕਸ਼ਨ ਡਿਟੈਕਟ ਕਰ ਲੈਂਦੇ ਹਾਂ ਤਾਂ ਇਹ ਦਵਾਈਆਂ ਨਾਲ ਕਿਉਰੇਬਲ ਹੈ, ਬਟ ਜੇ ਲੇਟ ਸਟੇਜ ਹੋ ਜਾਂਦੀ ਹੈ, ਜਿਵੇਂ ਮਤਲਬ ਜੇ ਕਮਜ਼ੋਰੀ ਆਉਣ ਲੱਗ ਜਾਂਦੀ ਹੈ, ਫਿਰ ਕਈ ਵਾਰ ਇਹ ਠੀਕ ਵੀ ਨਹੀਂ ਹੁੰਦਾ ਜੀ। ਡਾਕਟਰ ਬਿਕਰਮਜੀਤ ਸਿੰਘ, ਕੰਸਲਟੈਂਟ ਨਿਊਰੋਸਰਜਨ, ਬ੍ਰੇਨ ਐਂਡ ਸਪਾਈਨ ਸਰਜਨ। ਵਧੇਰੀ ਜਾਣਕਾਰੀ ਲਈ ਕਾਲ ਕਰੋ 84 370 29 338 ਅਤੇ 85 918 29 338। ਡਾਕਟਰ ਬਿਕਰਮਜੀਤ ਸਿੰਘ, MBBS, MS, MCH, SGPGI, ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ ਜਲੰਧਰ। ਬ੍ਰੇਨ ਅਤੇ ਸਪਾਈਨ ਦੀ ਕਿਸੇ ਵੀ ਸਮੱਸਿਆ ਲਈ ਸੰਪਰਕ ਕਰੋ 84 370
29338 ਅਤੇ 85918 29338। ਡਾਕਟਰ ਸਾਹਿਬ ਜਿੱਦਾਂ ਤੁਸੀਂ ਦੱਸਿਆ ਕਿ ਜਦੋਂ ਕਿਸੇ ਬੰਦੇ ਨੂੰ ਸਪਾਈਨ ਦੀ ਇਨਫੈਕਸ਼ਨ ਹੁੰਦੀ ਹੈ ਤਾਂ ਉਹਨੂੰ ਸਿੰਪਟਮਸ ਤੋਂ ਨਹੀਂ ਪਤਾ ਲੱਗਦਾ, ਜਾਂ ਜਦੋਂ ਪਤਾ ਲੱਗ ਜਾਵੇ ਉਹ ਬਹੁਤ ਜ਼ਿਆਦਾ ਹਾਰਮਫੁਲ ਹੁੰਦਾ ਹੈ। ਕਿਹੜੇ ਉਹ ਸਿੰਪਟਮਸ ਨੇ ਜਿਹਦੇ ਤੋਂ ਆਮ ਲੋਕਾਂ ਨੂੰ ਪਤਾ ਲੱਗੇ ਕਿ ਸਾਨੂੰ ਸਪਾਈਨ ਦੀ ਇਨਫੈਕਸ਼ਨ ਹੋ ਸਕਦੀ ਹੈ? ਹਾਂਜੀ ਹਾਂ, ਸਪਾਈਨ ਦੀ ਇਨਫੈਕਸ਼ਨ ਦੇ ਜਿਹੜੇ ਸਿੰਪਟਮ ਹੈ, ਗਰਦਨ ਜਾਂ ਕਮਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਣਾ, ਇੰਨਾ ਦਰਦ ਹੋਣਾ ਕਿ ਬੰਦੇ ਤੋਂ ਬੈਠਿਆ ਵੀ ਨਹੀਂ ਜਾ ਰਿਹਾ। ਗਰਦਨ ਜਾਂ ਕਮਰ ਦੀ ਮੂਵਮੈਂਟ ਦੇ ਵਿੱਚ ਜਿਹੜਾ ਹੈ ਮੂਵਮੈਂਟ ਹੀ ਨਾ ਕਰ ਪਾਣਾ, ਮਤਲਬ ਸਪਾਈਨ ਦੀ ਇਨਫੈਕਸ਼ਨ ਦਾ ਇੰਨਾ ਹੁੰਦਾ ਕਿ ਉਹ ਮੂਵ ਹੀ ਨਹੀਂ ਕਰ ਪਾਉਂਦਾ। ਜਿਵੇਂ ਨਾਰਮਲ ਜਿਹੜਾ ਮਾੜਾ ਮੋਟਾ ਆਪਾਂ ਦੱਸਿਆ ਵੀ ਸਰਵਾਈਕਲ ਸਪੌਂਡਿਲੋਸਿਆਟਿਕਾ ਦਾ ਪੇਨ ਹੈ, ਉਹ 'ਚ ਮਰੀਜ਼ ਨੂੰ ਦਰਦ ਹੁੰਦਾ ਬਟ ਮੂਵਮੈਂਟ ਨਹੀਂ ਰਿਸਟ੍ਰਿਕਟ ਹੁੰਦੀ। ਅਗਰ ਮੂਵਮੈਂਟ ਹੀ ਰਿਸਟ੍ਰਿਕਟ ਹੋ ਰਹੀ ਹੈ, ਪੇਸ਼ੈਂਟ ਕਹਿੰਦਾ ਮੈਂ ਤਾਂ ਮੋੜ ਹੀ ਨਹੀਂ ਪਾ ਰਿਹਾ ਗਰਦਨ ਨੂੰ, ਤਾਂ ਇਹ ਇੱਕ ਵਾਰਨਿੰਗ ਸਾਈਨ ਹੈ, ਰੈੱਡ ਫਲੈਗ ਸਾਈਨ ਹੈ। ਇਸ ਤੋਂ ਇਲਾਵਾ ਲਗਾਤਾਰ ਬੁਖਾਰ ਆਉਣਾ, ਜਾਂ ਖਾਸ ਕਰਕੇ ਈਵਨਿੰਗ ਫੀਵਰ, ਜਿਵੇਂ ਟਿਊਬਰਕਲੋਸਿਸ ਸਪਾਈਨ ਦੇ ਵਿੱਚ ਕੀ ਹੈ ਕਿ ਬੰਦੇ ਨੂੰ ਹਰ ਸ਼ਾਮ ਨੂੰ ਹੀ ਬੁਖਾਰ ਆਉਂਦਾ ਹੈ। ਵੇਟ ਅਨਐਕਸਪਲੇਨਡ ਵੇਟ ਲਾਸ, ਇੱਕਦਮ ਵਜਨ ਘਟ ਜਾਣਾ, ਜਾਂ ਕੋਈ ਲੈਟਰਿਨ ਬਾਥਰੂਮ ਰੁਕ ਜਾਣਾ, ਇਹ ਸਾਰੀਆਂ ਚੀਜ਼ਾਂ ਜਿਹੜਾ ਹੈ ਸਪਾਈਨ ਦੇ ਇਨਫੈਕਸ਼ਨ ਦਾ ਇੰਡੀਕੇਟਰ ਹਨ ਤੇ ਤੁਰੰਤ ਪੇਸ਼ੈਂਟ ਨੂੰ ਆਪਣੇ ਟੈਸਟ ਕਰਾਉਣੇ ਚਾਹੀਦੇ ਹਨ। ਜੀ ਤੇ ਡਾਕਟਰ ਸਾਹਿਬ ਇੱਕ ਹੁੰਦਾ ਹੈ ਕਿ ਸਪਾਈਨ ਵਿੱਚ ਟਿਊਮਰ ਹੈ ਨਾ, ਉਹ ਕੀ ਮਤਲਬ ਉਹ ਕਿਹਨੂੰ ਕਹਿੰਦੇ ਨੇ ਸਪਾਈਨ ਵਿੱਚ ਟਿਊਮਰ? ਟਿਊਮਰ ਫਿਰ ਉਹੀ ਹੈ, ਇੱਕ ਤਾਂ ਜਿਹੜੀ ਹੁਣ ਏਜ ਵੱਧ ਗਈ ਹੈ, ਲਗਭਗ ਸਾਰੇ ਬਾਡੀ ਆਰਗਨ 'ਚ ਟਿਊਮਰ ਮਿਲਦੇ ਆ, ਇਸੇ ਤਰ੍ਹਾਂ ਸਪਾਈਨ 'ਚ ਵੀ ਟਿਊਮਰ ਮਿਲਦੇ ਆ। ਸਪਾਈਨ ਦੇ ਟਿਊਮਰ ਦੋ ਤਰ੍ਹਾਂ ਦੇ ਹੋ ਸਕਦੇ ਆ, ਇੱਕ ਤਾਂ ਜਿਹਨੂੰ ਅਸੀਂ ਪ੍ਰਾਇਮਰੀ ਸਪਾਈਨ ਟਿਊਮਰ ਕਹਿੰਦੇ ਹਾਂ, ਮਤਲਬ ਸਪਾਈਨ 'ਚੋਂ ਹੀ ਪੈਦਾ ਹੋਇਆ ਟਿਊਮਰ ਹੈ। ਅੱਛਾ ਜੀ। ਜਿਵੇਂ ਜਿਵੇਂ ਮਲਟੀਪਲ ਮਾਈਲੋਮਾ ਆ ਗਿਆ ਵਰਟੀਬਰਾਸ ਦੇ ਵਿੱਚ, ਜਾਂ ਨਿਊਰੋਫਾਈਬਰੋਮਾ ਆ ਗਿਆ, ਜਾਂ ਇਸ ਤਰ੍ਹਾਂ ਦੇ ਟਿਊਮਰ ਹੈ। ਤੇ ਦੂਸਰੇ ਟਿਊਮਰ ਹੁੰਦੇ ਆ ਜਿਹੜੇ ਕਿਸੇ ਹੋਰ ਆਰਗਨ 'ਚ ਪੈਦਾ ਹੋ ਕੇ ਸਪਾਈਨ 'ਚ ਆ ਕੇ ਉਹਨਾਂ ਨੇ ਮਤਲਬ ਐਕਸਟੈਂਡ ਹੋ ਗਏ। ਇਹਨਾਂ 'ਚੋਂ ਖਾਸ ਕਰਕੇ ਜਿਵੇਂ ਤੁਹਾਨੂੰ ਪਤਾ ਹੀ ਹੈ ਬ੍ਰੈਸਟ ਕੈਂਸਰ, ਫੀਮੇਲ 'ਚ ਬ੍ਰੈਸਟ ਕੈਂਸਰ ਹੋਊਗਾ, ਤਾਂ ਬ੍ਰੈਸਟ ਕੈਂਸਰ ਵੀ ਜੇ ਟਾਈਮ ਤੇ ਨਾ ਕੰਟਰੋਲ ਕੀਤਾ ਜਾਵੇ ਤਾਂ ਫਿਰ ਉਹ ਹੌਲੀ ਹੌਲੀ ਸਪਾਈਨ 'ਚ ਜਾਂ ਬਾਕੀ ਹੱਡੀਆਂ 'ਚ ਫੈਲ ਜਾਂਦਾ ਹੈ। ਇਸ ਤਰ੍ਹਾਂ ਹੀ ਪ੍ਰੋਸਟੇਟ ਕੈਂਸਰ ਹੈ ਬੰਦਿਆਂ ਦੇ ਵਿੱਚ, ਜਿਹਨੂੰ ਆਪਾਂ ਗਦੂਦਾਂ ਦਾ ਕੈਂਸਰ ਕਹਿ ਦਿੰਦੇ ਹਾਂ, ਉਹ ਵੀ ਜੇ ਟਾਈਮ ਤੇ ਨਾ ਕੰਟਰੋਲ ਕੀਤਾ ਜਾਵੇ ਤਾਂ ਉਹ ਵੀ ਫਿਰ ਸਪਾਈਨ ਦੇ ਵਿੱਚ ਚਲਾ ਜਾਂਦਾ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਕੈਂਸਰ ਹੈਗੇ ਆ ਜਾਂ ਦੂਸਰੇ ਟਿਊਮਰ ਹੈ ਜਿਹੜੇ ਸਪਾਈਨ ਦੇ ਵਿੱਚ ਚਲੇ ਜਾਂਦੇ ਆ। ਜੀ ਡਾਕਟਰ ਸਾਹਿਬ, ਸਪਾਈਨ ਦੀ ਜਿਹੜੀ ਵੀ ਪ੍ਰੋਬਲਮ ਹੋਵੇ ਕੀ ਉਹਨਾਂ ਦਾ ਇਲਾਜ ਸਰਜਰੀ ਹੈ ਜਾਂ ਮੈਡੀਸਿਨਸ ਦੇ ਨਾਲ ਵੀ ਕਿਉਰ ਕੀਤਾ ਜਾ ਸਕਦਾ ਹੈ? ਸਪਾਈਨ ਦੀਆਂ ਜ਼ਿਆਦਾਤਰ ਪ੍ਰੋਬਲਮਸ ਅਗਰ ਟਾਈਮਲੀ ਪੇਸ਼ੈਂਟ ਚਲਾ ਜਾਵੇ ਤਾਂ ਮੈਡੀਸਨ ਨਾਲ ਕਿਉਰੇਬਲ ਹੈ। ਸਰਜਰੀ ਦੀ ਜਿਹੜੀ ਜ਼ਰੂਰਤ ਹੈ ਹਾਰਡਲੀ ਮੈਂ ਕਹਿੰਦਾ ਲੈਸ ਦੈਨ 10% ਪੇਸ਼ੈਂਟ ਦੇ ਵਿੱਚ ਹੀ ਪੈਂਦੀ ਹੈ, ਔਰ ਜ਼ਿਆਦਾਤਰ ਪੇਸ਼ੈਂਟ ਦੇ ਵਿੱਚ ਸਰਜਰੀ ਦੀ ਲੋੜ ਤਾਂ ਹੀ ਪੈਂਦੀ ਹੈ ਜੇ ਪੇਸ਼ੈਂਟ ਨੇ ਪ੍ਰੋਬਲਮ ਨੂੰ ਇਗਨੋਰ ਕੀਤਾ ਹੈ ਤੇ ਬਹੁਤ ਲੇਟ ਸਟੇਜ ਤੇ ਆਇਆ ਹੈ। ਅਰਲੀ ਸਟੇਜ ਤੇ ਮੋਸਟ ਆਫ ਦੀ ਜਿਹੜੀ ਸਪਾਈਨ ਪ੍ਰੋਬਲਮਸ ਹੈ ਉਹ ਮੈਡੀਸਨ ਦੇ ਨਾਲ ਜਾਂ ਪੋਸਚਰਲ ਪ੍ਰੀਕਾਸ਼ਨ ਦੇ ਨਾਲ ਕਿਉਰੇਬਲ ਹੈਗੀਆਂ। ਜੀ ਡਾਕਟਰ ਸਾਹਿਬ, ਜਿੱਦਾਂ ਤੁਸੀਂ ਦੱਸਿਆ ਕਿ ਅਗਰ ਬਹੁਤ ਲੇਟ ਡਾਇਗਨੋਜ਼ ਹੋਵੇ ਪ੍ਰੋਬਲਮ ਤਾਂ ਉਹਦੇ ਵਿੱਚ ਫਿਰ ਸਰਜਰੀ ਦੀ ਲੋੜ ਪੈਂਦੀ ਹੈ। ਕਿਹੜੀ ਸਰਜਰੀਜ਼ ਪੋਸੀਬਲ ਹੁੰਦੀ ਹੈ ਸਪਾਈਨ ਪ੍ਰੋਬਲਮ ਵਿੱਚ? ਹਾਂਜੀ, ਜ਼ਿਆਦਾਤਰ ਕੇਸਿਸ ਦੇ ਵਿੱਚ ਸਰਜਰੀ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਨਾੜਾਂ ਪ੍ਰੈਸ ਹੋਣ ਲੱਗਦੀਆਂ ਤੇ ਕਮਜ਼ੋਰੀ ਆਉਣ ਲੱਗਦੀ ਹੈ, ਬੰਦੇ ਦੀ ਗ੍ਰਿਪ ਘਟ ਗਈ ਹੈ ਜਾਂ ਤੁਰਨ ਫਿਰਨ ਤੋਂ ਰਹਿ ਗਿਆ ਹੈ, ਬਿਲਕੁਲ ਤੁਰਿਆ ਨਹੀਂ ਜਾਂਦਾ, ਉਹਨਾਂ ਕੇਸਿਸ ਦੇ ਵਿੱਚ ਸਰਜਰੀ ਕੀਤੀ ਜਾਂਦੀ ਹੈ। ਤੇ ਵੇਰੀਅਸ ਸਰਜੀਕਲ ਆਪਸ਼ਨ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਅਵੇਲੇਬਲ ਹੈਗੀਆਂ। ਪਹਿਲੇ ਨੰਬਰ ਤੇ ਤਾਂ ਜਿਹਨੂੰ ਆਪਾਂ ਐਗਜ਼ੈਕਟ ਸਰਜਰੀ ਨਹੀਂ ਕਹਿ ਪਾਵਾਂਗੇ, ਪੇਨ ਪ੍ਰੋਸੀਜਰ ਹੁੰਦੇ ਆ, ਉਹ 'ਚ ਅਸੀਂ ਮਸ਼ੀਨ ਨਾਲ ਦੇਖ ਕੇ ਜਿੱਥੇ ਪ੍ਰੋਬਲਮ ਆ ਉੱਥੇ ਮੈਡੀਸਨ ਭਰ ਦਿੰਦੇ ਆ, ਜਿਹਦੇ ਨਾਲ ਉਸ ਏਰੀਆ ਦਾ ਸੋਜਾ ਘਟ ਜਾਂਦਾ ਹੈ। ਡਾਕਟਰ ਬਿਕਰਮਜੀਤ ਸਿੰਘ, ਕੰਸਲਟੈਂਟ ਨਿਊਰੋ ਸਰਜਨ, ਬ੍ਰੇਨ ਐਂਡ ਸਪਾਈਨ ਸਰਜਨ। ਵਧੇਰੀ ਜਾਣਕਾਰੀ ਲਈ ਕਾਲ ਕਰੋ 84370 29338 ਅਤੇ 85918 29338। ਡਾਕਟਰ ਬਿਕਰਮਜੀਤ ਸਿੰਘ MBBS MS MCH SGPGI ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ ਜਲੰਧਰ। ਬ੍ਰੇਨ ਅਤੇ ਸਪਾਈਨ ਦੀ ਕਿਸੇ ਵੀ ਸਮੱਸਿਆ ਲਈ ਸੰਪਰਕ ਕਰੋ 84370 29338 ਅਤੇ 85918 29338। ਇਹ ਤਾਂ ਇੱਕ ਤਰ੍ਹਾਂ ਨਾਲ ਆਊਟਡੋਰ ਪ੍ਰੋਸੀਜਰ ਹੀ ਹੈ, ਪੇਸ਼ੈਂਟ ਸਵੇਰੇ ਆਉਂਦਾ ਹੈ, ਕਰਵਾ ਕੇ ਸ਼ਾਮ ਨੂੰ ਜਾਂਦਾ ਹੈ। ਉਸ ਤੋਂ ਇਲਾਵਾ ਦੂਸਰੇ ਨੰਬਰ ਤੇ ਐਂਡੋਸਕੋਪਿਕ ਜਾਂ ਮਾਈਕਰੋਸਕੋਪਿਕ ਪ੍ਰੋਸੀਜਰਸ ਆ ਗਏ, ਜਿਹਦੇ 'ਚ ਆਪਾਂ ਐਂਡੋਸਕੋਪ ਜਾਂ ਮਾਈਕਰੋਸਕੋਪ, ਐਂਡੋਸਕੋਪ ਹੁੰਦਾ ਦੂਰਬੀਨ, ਮਾਈਕਰੋਸਕੋਪ ਹੁੰਦਾ ਜਿਹੜੀ ਛੋਟੀ ਜਿਹਨੂੰ ਵੱਡਾ ਕਰਕੇ ਦਿਖਾਉਂਦੀ ਆ, ਉਹਦੀ ਹੈਲਪ ਨਾਲ ਛੋਟਾ ਚੀਰਾ ਲਗਾ ਕੇ ਹੀ ਆਪਾਂ ਸਰਜਰੀ ਕਰ ਲੈਂਦੇ। ਇਹ ਜਨਰਲੀ ਯੰਗ ਪੇਸ਼ੈਂਟ ਜਿਹੜੇ ਹੁੰਦੇ ਆ, ਮਤਲਬ ਵੈਸੇ ਤਾਂ ਉਹਨਾਂ ਦੀ ਪੂਰੀ ਸਪਾਈਨ ਠੀਕ ਹੈ, ਇੱਕ ਜਗ੍ਹਾ ਤੋਂ ਹੀ ਡਿਸਕ ਹਿੱਲੀ ਹੋਈ ਹੈ ਜਾਂ ਕੋਈ ਮਾਸ ਵਧਿਆ ਹੋਇਆ, ਸਿਰਫ ਆਪਾਂ ਉਹੀ ਨਿਕਾਲਣਾ ਹੈ। ਉਸ ਕੇਸ ਜਿਹੜਾ ਐਂਡੋਸਕੋਪਿਕ ਪ੍ਰੋਸੀਜਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਇੱਕ ਹੋਰ ਪਰਕੂਟੇਨੀਅਸ ਪ੍ਰੋਸੀਜਰ ਕੀਤਾ ਜਾਂਦਾ ਹੈ ਜਿਹਨੂੰ ਵਰਟੀਬੋਪਲਾਸਟੀ ਜਾਂ ਕਾਈਫੋਪਲਾਸਟੀ ਕਹਿੰਦੇ ਆ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਓਸਟੀਓਪੋਰੋਸਿਸ ਦੇ ਪੇਸ਼ੈਂਟ ਦੇ ਵਿੱਚ ਜਦੋਂ ਮਣਕਾ ਬੈਠ ਜਾਂਦਾ ਹੈ ਤਾਂ ਉਹ 'ਚ ਇੱਕ ਖਾਸ ਤਰ੍ਹਾਂ ਦਾ ਅਸੀਂ ਉਹਨੂੰ ਬੋਨ ਸੀਮੈਂਟ ਕਹਿੰਦੇ ਆ, ਇੱਕ ਸਬਸਟੈਂਸ ਹੁੰਦਾ ਮਣਕੇ ਨੂੰ ਸਟਰੋਂਗ ਕਰਨ ਲਈ, ਉਹ ਵੀ ਅਸੀਂ ਬਿਨਾਂ ਚੀਰ ਫਾੜ ਤੋਂ ਜਿਹੜਾ ਪਾ ਦਿੰਦੇ ਆ ਤੇ ਮਣਕਾ ਵਾਪਸ ਤੋਂ ਠੀਕ ਕਰ ਦਿੰਦੇ ਆ। ਤੇ ਇਸ ਤੋਂ ਇਲਾਵਾ ਜੇ 올ਡ ਏਜ ਆ ਗਈ ਜਾਂ ਲੇਟ ਸਟੇਜ ਤੇ, ਜਿਵੇਂ ਮੈਂ ਤੁਹਾਨੂੰ ਦੱਸਿਆ ਪੇਸ਼ੈਂਟ ਪਹੁੰਚਿਆ ਪੂਰੀ ਸਪਾਈਨ ਖਰਾਬ ਹੋ ਗਈ ਹੈ ਤੇ ਨਾੜ ਪ੍ਰੈਸ ਹੋ ਗਈ ਹੈ, ਉਸ ਕੇਸ ਦੇ ਵਿੱਚ ਅਸੀਂ ਫਿਰ ਫਿਕਸੇਸ਼ਨ ਪ੍ਰੋਸੀਜਰ ਕਹਿੰਦੇ ਆ। ਫਿਕਸੇਸ਼ਨ ਪ੍ਰੋਸੀਜਰ ਦਾ ਮਤਲਬ ਹੁੰਦਾ ਕਿ ਉਸ ਜਿਹੜੀ ਸਪਾਈਨ ਆ ਉਹਨੂੰ ਨਾੜ ਨੂੰ ਪ੍ਰੋਪਰਲੀ ਫ੍ਰੀ ਕਰਕੇ ਤੇ ਫਿਰ ਸਕਰੂਜ਼ ਨਾਲ ਜਾਂ ਇੰਪਲਾਂਟਸ ਨਾਲ ਉਹਨੂੰ ਤਾਕਤ ਐਕਸਟਰਾ ਦਿੱਤੀ ਜਾਵੇ। ਇਹ ਗਰਦਨ 'ਚ ਵੀ ਹੁੰਦਾ
ਤੇ ਕਮਰ ਦੇ ਵਿੱਚ ਵੀ ਹੁੰਦਾ ਹੈ। ਜੀ ਡਾਕਟਰ ਸਾਹਿਬ, ਇੱਕ ਅਸੀਂ ਬਹੁਤ ਵਾਰ ਡਿਸਕਸ ਕਰ ਲਿਆ ਸ਼ੋਅ ਵਿੱਚ ਕਿ ਬੈਡ ਪੋਸਚਰ ਕਰਕੇ ਸਪਾਈਨ ਦੀ ਪ੍ਰੋਬਲਮਸ ਆਉਂਦੀਆਂ ਨੇ। ਤੁਸੀਂ ਕਿਸ ਚੀਜ਼ ਨੂੰ ਜਾਂ ਬੈਠਣ ਦੇ ਕਿਹੜੇ ਪੋਜੀਸ਼ਨ ਨੂੰ ਬੈਡ ਪੋਸਚਰ ਕਹੋਗੇ? ਹਾਂਜੀ, ਇਹ ਬੜਾ ਇੰਪੋਰਟੈਂਟ ਸਵਾਲ ਹੈ। ਐਕਚੁਅਲੀ ਜੋ ਸਪਾਈਨ ਹੈ ਨਾ, ਉਹ ਤੁਹਾਨੂੰ ਦੱਸਿਆ ਸੀ ਮੈਂ ਪਹਿਲਾਂ ਵੀ, weight ਪੂਰਾ ਸਪਾਈਨ ਦੇ ਥਰੂ ਜਾਂਦਾ ਹੈ। ਤਾਂ ਇੱਕ ਵਰਡ ਹੁੰਦਾ ਹੈ ਸੈਂਟਰ ਆਫ ਗ੍ਰੈਵਿਟੀ, ਸ਼ਾਇਦ ਤੁਸੀਂ ਸੁਣਿਆ ਹੋਵੇ ਵੀ ਨਾਰਮਲੀ ਆਪਾਂ ਕੋਈ ਵੀ ਮਸ਼ੀਨ ਬਣਾਉਂਦੇ ਹਾਂ ਉਹਦਾ ਆਪਾਂ ਇਹ ਹਿਸਾਬ ਰੱਖਦੇ ਹਾਂ ਵੀ ਜਿਹੜਾ weight ਹੈ ਉਹ ਬਿਲਕੁਲ ਸੈਂਟਰ 'ਚ ਜਾਵੇ ਤਾਂ ਕਿ ਉਹ ਇੰਬੈਲੈਂਸ ਨਾ ਹੋਵੇ। ਜੀ। ਤਾਂ ਸੇਮ ਚੀਜ਼ ਸਾਡੀ ਸਪਾਈਨ 'ਚ ਇਨਵੋਲਵ ਹੈ। ਜੇ ਅਸੀਂ ਬਿਲਕੁਲ ਸਿੱਧੇ ਬੈਠਦੇ ਹਾਂ ਤਾਂ ਜਿਹੜਾ ਸਾਡਾ weight ਹੈ ਉਹ ਸਾਡੀ ਸਪਾਈਨ ਦੇ ਸੈਂਟਰ 'ਚ ਜਾਂਦਾ ਹੈ, ਤਾਂ ਉਹ weight ਹੈ ਜਿਹੜਾ ਘੱਟੋ ਘੱਟ ਨੁਕਸਾਨ ਕਰਦਾ। ਬਟ ਜੇ ਅਸੀਂ ਅੱਗੇ ਨੂੰ ਝੁੱਕ ਗਏ ਜਾਂ ਐ ਸਾਈਡ ਤੇ ਕਈ ਵਾਰ ਦੇਖਿਆ ਇੱਦਾਂ ਬੈਠੇ ਰਹਿੰਦੇ ਆ ਲੋਕ, ਜਾਂ ਬਹੁਤ ਅੱਗੇ ਨੂੰ ਝੁੱਕ ਕੇ ਬੈਠੇ ਰਹਿੰਦੇ, ਤਾਂ ਉਸ ਕੇਸ ਕੀ ਹੁੰਦਾ, ਜਿਹੜਾ weight ਆ ਉਹ ਸੈਂਟਰ 'ਚ ਜਾਣ ਦੀ ਬਜਾਏ ਅੱਗੇ ਜਾਂ ਸਾਈਡ ਤੇ ਜਾਣ ਲੱਗ ਜਾਂਦਾ ਹੈ, ਪਿੱਛੇ ਓਬਵੀਅਸਲੀ ਔਖਾ ਹੈ। ਤਾਂ ਉਸ ਕੇਸ ਕੀ ਹੁੰਦਾ, ਫਿਰ ਉਹ ਸਪਾਈਨ ਦੇ ਇੱਕ ਪਾਰਟਿਕੂਲਰ ਪੋਰਸ਼ਨ ਨੂੰ ਜ਼ਿਆਦਾ ਡੈਮੇਜ ਹੋ ਜਾਂਦਾ ਹੈ, ਤੇ ਉਸ ਕਰਕੇ ਫਿਰ ਜਿਹੜਾ ਇਹ ਪ੍ਰੋਸੈਸ ਹੈ ਉਹ ਐਕਸਲਰੇਟਡ ਹੋ ਜਾਂਦਾ। ਤੇ ਸੈਕਿੰਡ, ਡਿਊਰੇਸ਼ਨ ਬੜੀ ਇੰਪੋਰਟੈਂਟ ਹੈ। ਜੀ। ਜਦੋਂ ਅਸੀਂ ਲੇਟਦੇ ਹਾਂ ਤਾਂ ਸਾਡਾ ਜਿਹੜਾ ਇੰਟਰਾ ਡਿਸਕਲ ਪ੍ਰੈਸ਼ਰ ਹੈ ਉਹ ਬੜਾ ਘੱਟ ਹੁੰਦਾ ਹੈ, ਮਤਲਬ ਸਪਾਈਨ ਤੇ ਬੜਾ ਘੱਟ ਜ਼ੋਰ ਹੁੰਦਾ। ਜਦੋਂ ਅਸੀਂ ਲਗਾਤਾਰ ਬੈਠਦੇ ਹਾਂ, ਖਾਸ ਕਰਕੇ 6-6 8-8 ਘੰਟੇ ਤੋਂ ਜ਼ਿਆਦਾ ਬੈਠਦੇ ਹਾਂ, ਤਾਂ ਉਦੋਂ ਜਿਹੜਾ ਉਹ ਰੈਪੀਟੇਟਿਵ ਡੈਮੇਜ ਆ ਹੋਰ ਵੀ ਐਂਪਲੀਫਾਈ ਹੋ ਜਾਂਦਾ। ਤਾਂ ਬੈਡ ਪੋਸਚਰ ਦਾ ਮਤਲਬ ਇੱਕ ਤਾਂ ਇਹ ਐਸਾ ਪੋਸਚਰ ਜਿਹਦੇ ਵਿੱਚ ਜਿਹੜਾ weight ਆ ਉਹ ਸੈਂਟਰ 'ਚ ਨਾ ਜਾਂਦਾ ਹੋਵੇ, ਤੇ ਦੂਸਰਾ ਲੰਬਾ ਸਮਾਂ 6 8 10 12 ਘੰਟੇ ਲੋਕ ਬੈਠਦੇ ਆ ਉਹ ਹੁੰਦਾ ਹੈ। ਬਟ ਇਹ ਗੱਲ ਲੇਟ ਸਟੇਜ ਦੇ ਵਿੱਚ ਡੈਫੀਨਿਟਲੀ ਟਰੂ ਨਹੀਂ ਹੈਗੀ। ਜੀ ਡਾਕਟਰ ਸਾਹਿਬ, ਕਈ ਵਾਰੀ ਅਸੀਂ ਦੇਖਦੇ ਹਾਂ ਕਿ ਜਿਹੜੇ 올ਡ ਏਜ ਪੀਪਲ ਨੇ ਉਹਨਾਂ ਤੋਂ ਨਾ ਚੱਲਿਆ ਨਹੀਂ ਜਾਂਦਾ, ਕਈ ਵਾਰੀ ਉਹਨਾਂ ਨੂੰ ਫੜਨਾ ਪੈਂਦਾ ਚਲਾਉਣ ਲੱਗੇ, ਜਾਂ ਉਹਨਾਂ ਨੂੰ ਫੜ ਕੇ ਚਲਾਉਣਾ ਪੈਂਦਾ। ਕਿ ਇਹ ਸਾਰੀ ਪ੍ਰੋਬਲਮ ਜੋ ਉਹਨਾਂ ਨੂੰ ਫੇਸ ਕਰਨੀ ਪੈਂਦੀ ਉਹ ਵੀ ਸਪਾਈਨ ਦੇ ਰਿਲੇਟਡ ਹੁੰਦੀ ਹੈ? ਹਾਂਜੀ, ਇਹ ਤੁਸੀਂ ਬੜਾ ਹੀ ਇੰਪੋਰਟੈਂਟ ਕੁਐਸਚਨ ਪੁੱਛਿਆ। ਡਾਕਟਰ ਬਿਕਰਮਜੀਤ ਸਿੰਘ, ਕੰਸਲਟੈਂਟ ਨਿਊਰੋਸਰਜਨ, ਬ੍ਰੇਨ ਐਂਡ ਸਪਾਈਨ ਸਰਜਨ। ਵਧੇਰੀ ਜਾਣਕਾਰੀ ਲਈ ਕਾਲ ਕਰੋ 84370 29338 ਅਤੇ 85918 29338। ਡਾਕਟਰ ਬਿਕਰਮਜੀਤ ਸਿੰਘ, MBBS, MS, MCH, SGPGI, ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ ਜਲੰਧਰ। ਬ੍ਰੇਨ ਅਤੇ ਸਪਾਈਨ ਦੀ ਕਿਸੇ ਵੀ ਸਮੱਸਿਆ ਲਈ ਸੰਪਰਕ ਕਰੋ 84370 29338 ਅਤੇ 85918 29338। ਐਕਚੁਅਲੀ ਕੀ ਹੁੰਦਾ, 올ਡ ਏਜ 'ਚ ਜਿਵੇਂ ਚੱਲਣ ਦੀ ਪ੍ਰੋਬਲਮ ਆਉਂਦੀ ਹੈ ਨਾ, ਤਾਂ ਉਹ ਸਾਰਿਆਂ ਨੇ ਇੱਕੋ ਹੀ ਚੀਜ਼ ਫੜ ਰੱਖੀ ਹੈ ਵੀ ਮੇਰੇ ਤਾਂ ਗੋਡੇ ਖਰਾਬ ਹੋ ਗਏ, ਇਸ ਕਰਕੇ ਮੇਰੇ ਤੋਂ ਚੱਲਿਆ ਨਹੀਂ ਜਾਂਦਾ। ਤੇ ਐਟਲੀਸਟ ਮੈਂ ਆਪਣੀ ਲਗਭਗ ਹਰ ਹਫਤੇ 1 ਜਾਂ 2 ਪੇਸ਼ੈਂਟ OPD 'ਚ ਡੀਲ ਕਰਦਾ ਜਿਨ੍ਹਾਂ ਨੇ ਗੋਡੇ ਬਦਲਵਾ ਲਏ ਤੇ ਚੱਲਿਆ ਫਿਰ ਵੀ ਨਹੀਂ ਜਾ ਰਿਹਾ। ਉਹ ਕਹਿੰਦੇ ਡਾਕਟਰ ਸਾਹਿਬ 1.5-2 ਲੱਖ ਰੁਪਈਆ ਵੀ ਲਾ ਲਿਆ, ਗੋਡੇ ਵੀ ਬਦਲ ਕੇ, ਚੱਲਿਆ ਫਿਰ ਨਹੀਂ ਜਾ ਰਿਹਾ। ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈ, ਜਿਹੜਾ ਚੱਲਣ ਫਿਰਨ ਲਈ ਸਿਰਫ ਗੋਡੇ ਹੀ ਇੰਪੋਰਟੈਂਟ ਨਹੀਂ ਹੈ, ਬ੍ਰੇਨ ਦੀ ਵੀਕਨੈਸ ਕਰਕੇ ਵੀ ਤੁਸੀਂ ਨਹੀਂ ਚੱਲ ਫਿਰ ਸਕਦੇ। ਸਪਾਈਨ ਦੇ ਵਿੱਚ ਜਿਹੜੀਆਂ ਨਾੜਾਂ ਪ੍ਰੈਸ ਹੋ ਸਕਦੀਆਂ ਉਹਦੇ ਕਰਕੇ ਵੀ ਮਰੀਜ਼ ਨੂੰ ਚੱਲਣ 'ਚ ਦਿੱਕਤ ਆ ਸਕਦੀ ਹੈ। ਮਾਸਪੇਸ਼ੀਆਂ ਕਮਜ਼ੋਰ ਹੋਣ ਕਰਕੇ ਵੀ ਚੱਲਣ 'ਚ ਦਿੱਕਤ ਆ ਸਕਦੀ ਹੈ, ਜਾਂ ਜਿਹੜੀਆਂ ਬਲੱਡ ਦੀ ਵੈਸਲਸ ਹੈਗੀਆਂ ਉਹਨਾਂ ਦੀ ਬਲੋਕੇਜ ਕਰਕੇ ਵੀ ਚੱਲਣ 'ਚ ਦਿੱਕਤ ਆ ਸਕਦੀ ਹੈ। ਤਾਂ ਇਹ ਖਾਸ ਕਰਕੇ ਇੱਕ ਮੈਸੇਜ ਹੈ ਕਿ ਅਗਰ ਤੁਹਾਡੇ ਤੋਂ ਚੱਲਿਆ ਫਿਰਿਆ ਨਹੀਂ ਜਾ ਰਿਹਾ ਤਾਂ ਇਹ ਨਹੀਂ ਵੀ ਸਿੱਧੇ ਗਏ ਤੇ ਗੋਡੇ ਬਦਲਵਾ ਕੇ ਆ ਗਏ। ਪਹਿਲਾਂ ਉਹਨੂੰ ਇਵੈਲੂਏਟ ਕਰੋ ਵੀ ਕਾਰਨ ਕੀ ਹੈ। ਤਾਂ ਬਹੁਤ ਸਾਰੇ ਕਾਰਨਾਂ ਦੇ ਵਿੱਚੋਂ ਸਪਾਈਨ ਵੀ ਇੱਕ ਬੜਾ ਇੰਪੋਰਟੈਂਟ ਕਾਰਨ ਹੈ। ਤੁਹਾਡੀ ਕਮਰ ਦੇ ਵਿੱਚ ਕੀ ਹੁੰਦਾ, ਐਕਸਟਰਾ ਮਾਸ ਤੇ ਹੱਡੀ ਵਧਣ ਕਰਕੇ ਨਾੜਾਂ ਪ੍ਰੈਸ ਹੋ ਜਾਂਦੀਆਂ ਤੇ ਉਸ ਕਰਕੇ ਚੱਲਿਆ ਨਹੀਂ ਜਾਂਦਾ। ਇਸ ਪ੍ਰੋਬਲਮ ਨੂੰ ਅਸੀਂ ਨਿਊਰੋਜੈਨਿਕ ਕਲੌਡੀਕੇਸ਼ਨ ਕਹਿੰਦੇ ਹਾਂ। ਨਿਊਰੋਜੈਨਿਕ ਕਲੌਡੀਕੇਸ਼ਨ ਮਤਲਬ ਜਿਹੜੇ ਕਰੰਟ ਵਾਲੀਆਂ ਨਾੜਾਂ ਦੱਬਣ ਕਰਕੇ ਚੱਲਣ ਫਿਰਨ ਦੀ ਦਿੱਕਤ ਨੂੰ ਅਸੀਂ ਨਿਊਰੋਜੈਨਿਕ ਕਲੌਡੀਕੇਸ਼ਨ ਕਹਿੰਦੇ ਹਾਂ, ਤੇ ਖੂਨ ਵਾਲੀਆਂ ਨਾੜਾਂ ਦੀ ਬਲੋਕੇਜ ਕਰਕੇ ਚੱਲਣ ਦੀ ਦਿੱਕਤ ਨੂੰ ਅਸੀਂ ਵਾਸਕੂਲਰ ਕਲੌਡੀਕੇਸ਼ਨ ਕਹਿੰਦੇ ਹਾਂ। ਤੇ ਇਸ ਸਪੇਸ 'ਚ ਟਿਪੀਕਲ ਪੇਸ਼ੈਂਟ ਨੂੰ ਕੀ ਹੁੰਦਾ, ਥੋੜੀ ਦੇਰ ਉਹ ਚੱਲਦਾ, ਫਿਰ ਉਹਨੂੰ ਲੱਗਦਾ ਵੀ ਉਹਦੀਆਂ ਲੱਤਾਂ ਭਾਰੀਆਂ ਹੋ ਗਈਆਂ, ਝੁੱਠੀਆਂ ਪੈ ਗਈਆਂ, ਫਿਰ ਉਹ 10 ਮਿੰਟ ਆਰਾਮ ਕਰਦਾ, ਫਿਰ ਇਹ ਚੱਲਦਾ। ਤੇ ਇਸ ਕਰਕੇ ਅਗਰ ਤੁਹਾਨੂੰ ਵਾਕਿੰਗ ਡਿਫਿਕਲਟੀ ਆ ਰਹੀ ਆ ਤਾਂ ਸਿਰਫ ਉਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਨਾ ਮੰਨੋ, ਬੈਟਰ ਹੈ ਉਹਨੂੰ ਪ੍ਰੋਪਰ ਇਵੈਲੂਏਟ ਕਰੋ ਤੇ ਜਿਹੜੀ ਪ੍ਰੋਬਲਮ ਨਿਕਲਦੀ ਹੈ ਉਹਦਾ ਟ੍ਰੀਟਮੈਂਟ ਕਰਾਓ। ਜੀ ਡਾਕਟਰ ਸਾਹਿਬ, ਇੱਕ ਵਾਰੀ ਨਾ ਮਤਲਬ ਅਸੀਂ ਬਹੁਤ ਆਮ ਦੇਖਦੇ ਹਾਂ ਕਿ ਲੋਕਾਂ ਨੇ ਬੈਲਟ ਲਗਾਈ ਹੁੰਦੀ ਹੈ, ਬੈਕ ਪੇਨ ਹੋ ਰਹੀ ਹੈ, ਬੈਲਟ ਲਗਾ ਲੈਂਦੇ ਨੇ, ਮਤਲਬ ਮੇਬੀ ਸ਼ਾਇਦ ਡਾਕਟਰਸ ਨੇ ਰਿਕਮੈਂਡ ਕੀਤਾ ਹੋਏਗਾ, ਪਰ ਕਈ ਲੋਕੀ ਆਪ ਵੀ ਇਦਾਂ ਦੇ ਕੰਮ ਕਰ ਲੈਂਦੇ ਨੇ। ਤੁਸੀਂ ਉਸ ਬਾਰੇ ਕੀ ਕਹੋਗੇ? ਹਾਂਜੀ, ਜਿਹੜੀ ਇਹ ਲੰਬਰ ਬੈਲਟ ਹੈ ਇਹਦਾ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ। ਫਾਇਦਾ ਤਾਂ ਇਹਦਾ ਇਹ ਹੈ ਵੀ ਇਹ ਥੋੜਾ ਜਿਹਾ ਤੁਹਾਡੀ ਸਪਾਈਨ ਨੂੰ ਸਟੇਬਲਾਈਜ਼ ਕਰ ਦਿੰਦੀ ਹੈ, ਇਸ ਕਰਕੇ ਦਰਦ ਘਟ ਜਾਂਦਾ ਹੈ। ਬਟ ਇਹਦਾ ਨੁਕਸਾਨ ਇਹ ਹੈ ਵੀ ਜੇ ਤੁਸੀਂ 24 ਘੰਟੇ ਬੈਲਟ ਲਾਈ ਰੱਖਦੇ ਹੋ ਤਾਂ ਤੁਹਾਡੀਆਂ ਜਿਹੜੇ ਮਾਸਪੇਸ਼ੀਆਂ ਹੈਗੀਆਂ, ਜਿਵੇਂ ਪਹਿਲਾਂ ਵੀ ਤੁਹਾਨੂੰ ਗੱਲ ਕੀਤੀ, ਜਿਹੜੇ ਪੈਰਾਸਪਾਈਨਲ ਮਸਲ ਹੈ ਉਹ ਫਿਰ ਅਟਰੋਫੀ ਹੋਣੇ ਸ਼ੁਰੂ ਹੋ ਜਾਂਦੇ ਆ। ਤਾਂ ਬੈਲਟ ਥੋੜੀ ਦੇਰ ਪੇਸ਼ੈਂਟ, ਪਹਿਲੀ ਗੱਲ ਤਾਂ ਉਹੀ ਹੈ ਵੀ ਡਾਕਟਰ ਦੀ ਸਲਾਹ ਨਾਲ ਲਾਣੀ ਚਾਹੀਦੀ, ਆਪਣੇ ਆਪ ਨਹੀਂ ਲਾਣੀ ਚਾਹੀਦੀ। ਜੇ ਲਾਣੀ ਹੈ ਤਾਂ ਤੁਸੀਂ ਥੋੜੇ 2-4 ਘੰਟੇ ਜਦੋਂ ਤੁਸੀਂ ਕੰਮ ਕਰਨਾ ਜਾਂ ਸਫ਼ਰ ਕਰਨਾ ਉਦੋਂ ਲਾ ਲਓ, ਪਰ ਜੇ 24 ਘੰਟੇ ਬੈਲਟ ਲਾਓਗੇ ਤਾਂ ਉਲਟਾ ਉਹ ਤੁਹਾਡਾ ਨੁਕਸਾਨ ਕਰੇਗੀ, ਕਿਉਂਕਿ ਫਿਰ ਤੁਹਾਡੀ ਬਾਡੀ ਬੈਲਟ ਡਿਪੈਂਡੈਂਟ ਹੋ ਜਾਏਗੀ ਤੇ ਤੁਹਾਡੇ ਜਿਹੜੇ ਆਪਣੇ ਮਸਲ ਹੈ ਪੈਰਾਸਪਾਈਨਲ ਮਸਲ ਉਹਨਾਂ ਦੀ
ਅਟਰੋਫੀ ਹੋ ਜਾਏਗੀ। ਜੀ ਡਾਕਟਰ ਸਾਹਿਬ, ਇੱਕ ਕਈ ਵਾਰੀ ਨਾ ਪੇਸ਼ੈਂਟਸ ਅਸੀਂ ਦੇਖਦੇ ਹਾਂ ਆਮ ਉਹ ਸ਼ਿਕਾਇਤ ਕਰਦੇ ਨੇ ਕਿ ਸਾਨੂੰ ਬਾਥਰੂਮ ਦੀ ਪ੍ਰੋਬਲਮ ਆ ਰਹੀ ਹੈ, ਲੈਟਰਿਨ ਦੀ ਪ੍ਰੋਬਲਮ ਆ ਰਹੀ ਹੈ, ਕਿ ਉਹ ਵੀ ਸਪਾਈਨ ਪ੍ਰੋਬਲਮਸ ਦੇ ਨਾਲ ਰਿਲੇਟਡ ਹੁੰਦਾ ਹੈ? ਹਾਂਜੀ ਹਾਂ, ਇਹ ਬਹੁਤ ਇੰਪੋਰਟੈਂਟ ਸਵਾਲ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਉਹ ਡਿਫਿਕਲਟੀ ਇਨ ਵਾਕਿੰਗ ਦੱਸਿਆ। ਡਾਕਟਰ ਬਿਕਰਮਜੀਤ ਸਿੰਘ, ਕੰਸਲਟੈਂਟ ਨਿਊਰੋਸਰਜਨ, ਬ੍ਰੇਨ ਐਂਡ ਸਪਾਈਨ ਸਰਜਨ। ਵਧੇਰੀ ਜਾਣਕਾਰੀ ਲਈ ਕਾਲ ਕਰੋ 84 370 29 338 ਅਤੇ 85 918 29 338। ਡਾਕਟਰ ਬਿਕਰਮਜੀਤ ਸਿੰਘ, MBBS, MS, MCH, SGPGI, ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ ਜਲੰਧਰ। ਬ੍ਰੇਨ ਅਤੇ ਸਪਾਈਨ ਦੀ ਕਿਸੇ ਵੀ ਸਮੱਸਿਆ ਲਈ ਸੰਪਰਕ ਕਰੋ 84 370 29 338 ਅਤੇ 85 918 29 338। ਇਹ ਵੀ ਇੱਕ ਲੋਕਾਂ ਦੀ ਇੰਜੈਕਸ਼ਨ ਹੈ ਕਿ ਜੇ ਕਿਸੇ ਨੂੰ 40 ਸਾਲ ਦੀ ਉਮਰ ਤੋਂ ਬਾਅਦ ਬਾਥਰੂਮ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਮੰਨ ਲੈਂਦੇ ਵੀ ਤਕਦੂਦਾਂ ਦੀ ਪ੍ਰੋਬਲਮ ਹੈ, ਜਦਕਿ ਐਸਾ ਨਹੀਂ ਹੈ। ਉਹਦੇ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਆ, ਤਾਂ ਉਹਨਾਂ 'ਚੋਂ ਸਪਾਈਨ ਇੱਕ ਇੰਪੋਰਟੈਂਟ ਕਾਰਨ ਹੈ, ਕਿਉਂਕਿ ਜਿਹੜੀਆਂ ਸਪਾਈਨ 'ਚੋਂ ਨਰਵਸ ਨਿਕਲਦੀਆਂ ਉਹ ਲੱਤਾਂ ਨੂੰ ਵੀ ਸਪਲਾਈ ਕਰਦੀਆਂ ਨੇ ਤੇ ਸਾਡੇ ਲੈਟਰਿਨ ਬਾਥਰੂਮ ਵਾਲੇ ਏਰੀਆ ਨੂੰ ਵੀ ਸਪਲਾਈ ਕਰਦੀਆਂ। ਖਾਸ ਕਰਕੇ ਅਗਰ ਇਸ ਪੇਸ਼ੈਂਟ ਨੂੰ ਤੁਰਨ 'ਚ ਵੀ ਦਿੱਕਤ ਆ ਰਹੀ ਹੈ ਤੇ ਸੇਮ ਟਾਈਮ ਤੇ ਬਾਥਰੂਮ 'ਚ ਵੀ ਦਿੱਕਤ ਆ ਰਹੀ ਹੈ ਤਾਂ ਮੋਸਟ ਪ੍ਰੋਬੇਬਲੀ ਉਹ ਸਪਾਈਨ ਨਾਲ ਰਿਲੇਟਡ ਹੈ ਰਾਦਰ ਦੈਨ ਕਿ ਗੋਡਿਆਂ ਜਾਂ ਪ੍ਰੋਸਟੇਟ ਨਾਲ, ਕਿਉਂਕਿ ਇਹਨਾਂ ਦਾ ਕਾਰਨ ਇੱਕੋ ਹੀ ਹੈ। ਤੇ ਇਹਦੇ ਵਿੱਚ ਵੀ ਇਹੀ ਹੈ ਵੀ ਪ੍ਰੋਪਰ ਵੈਲੂਏਸ਼ਨ ਕਰਾਉਣੀ ਚਾਹੀਦੀ ਹੈ ਤੇ ਉਹਨੂੰ ਐਦਾਂ ਹੀ ਗਦੂਦਾਂ ਦੀ ਪ੍ਰੋਬਲਮ ਨਹੀਂ ਮੰਨ ਲੈਣਾ ਚਾਹੀਦਾ। ਤੇ ਇਸ 'ਚ ਵੀ ਫਿਰ ਪੇਸ਼ੈਂਟ ਐਂਡ ਅਪ ਉਹੀ ਆ, ਪੇਸ਼ੈਂਟ ਨੂੰ ਥੋੜੀ ਜਿਹੀ ਬਾਥਰੂਮ 'ਚ ਦਿੱਕਤ ਆਈ, ਉਹਨੇ ਜਾ ਕੇ ਗਦੂਦਾਂ ਦਾ ਆਪਰੇਸ਼ਨ ਕਰਾ ਲਿਆ ਤੇ ਦਿੱਕਤ ਫਿਰ ਨਹੀਂ ਠੀਕ ਹੋਈ। ਜੀ ਬਿਲਕੁਲ, ਕਿਉਂਕਿ ਉਹ ਇਵੈਲੂਏਟ ਤਾਂ ਹੋਇਆ ਨਹੀਂ ਪੇਸ਼ੈਂਟ ਪ੍ਰੋਪਰਲੀ। ਜੀ ਡਾਕਟਰ ਸਾਹਿਬ, ਤੁਸੀਂ ਪਹਿਲੇ ਦੱਸਿਆ ਸੀਗਾ ਕਿ ਜਦੋਂ ਤੁਸੀਂ ਪੇਸ਼ੈਂਟਸ ਨੂੰ ਟ੍ਰੀਟ ਕਰਦੇ ਹੋ ਤੁਸੀਂ ਦਵਾਈਆਂ ਤਾਂ ਰਿਕਮੈਂਡ ਕਰਦੇ ਹੀ ਹੋ, ਉਹਦੇ ਨਾਲ ਡਾਈਟ ਵੀ ਰਿਕਮੈਂਡ ਕਰਦੇ ਹੋ, ਪਰ ਇਹੋ ਜਿਹੀ ਕਿਹੜੀ ਡਾਈਟ ਹੈ ਜਿਹਦੇ ਨਾਲ ਲੋਕਾਂ ਨੂੰ ਇਹ ਪ੍ਰੋਬਲਮ ਹੋਵੇ ਨਾ, ਮਤਲਬ ਪ੍ਰੀਕਾਸ਼ਨਰੀ ਬੇਸਿਸ ਤੇ ਇਹੋ ਜਿਹੀ ਕਿਹੜੀ ਡਾਈਟ ਲੈਣੀ ਚਾਹੀਦੀ ਹੈ ਜਿਹਦੇ ਨਾਲ ਅਸੀਂ ਸਪਾਈਨ ਦੀ ਪ੍ਰੋਬਲਮ ਤੋਂ ਬਚ ਸਕਦੇ ਹਾਂ? ਹਾਂਜੀ, ਸਪਾਈਨ ਕਹਿ ਲਓ ਜਾਂ ਬਾਕੀ ਬੋਨਸ ਕਹਿ ਲਓ, ਜੋ ਹੈ ਸਭ ਤੋਂ ਇੰਪੋਰਟੈਂਟ ਚੀਜ਼ ਤਾਂ ਸਨ ਐਕਸਪੋਜ਼ਰ ਹੈ। ਅੱਜ ਕੱਲ੍ਹ ਸਨ ਐਕਸਪੋਜ਼ਰ ਬਿਲਕੁਲ ਨਹੀਂ ਹੋ ਰਿਹਾ, ਇਸ ਲਈ ਵਿਟਾਮਿਨ ਡੀ ਜੋ ਡੈਫੀਸ਼ੀਐਂਸੀ ਹੈ ਬਹੁਤ ਹੀ ਕਾਮਨ ਹੋ ਗਈ ਹੈ। ਤਾਂ ਇੱਕ ਤਾਂ ਐਡਿਕੁਏਟ ਸਨ ਐਕਸਪੋਜ਼ਰ ਹੋਣਾ ਚਾਹੀਦਾ ਹੈ, ਔਰ ਦੂਸਰੇ ਨੰਬਰ ਤੇ ਜੋ ਹੈ ਡਾਈਟ ਦੀ ਜਿਸ ਤੱਕ ਸਵਾਲ ਹੈ, ਜੋ ਕੈਲਸ਼ੀਅਮ ਰਿਚ ਡਾਈਟ ਹੈ ਜਿਵੇਂ ਮਿਲਕ ਪ੍ਰੋਡਕਟਸ ਹੈ ਨਾ, ਬਾਕੀ ਜੋ ਐਂਟੀਆਕਸੀਡੈਂਟ ਰਿਚ ਡਾਈਟ ਹੈ ਜਿਵੇਂ ਫਰੂਟਸ ਹੋ ਗਿਆ, ਵੈਜੀਟੇਬਲਸ ਹੋ ਗਿਆ, ਇਹ ਚੀਜ਼ਾਂ ਜਿਹੜੀਆਂ ਹੈ ਐਡਿਕੁਏਟ ਅਮਾਊਂਟ 'ਚ ਹੋਣੀਆਂ ਚਾਹੀਦੀਆਂ ਨੇ। ਤੇ ਜਿਹੜੀ ਆਪਣੇ ਫਾਸਟ ਫੂਡ ਵਗੈਰਾ ਹੈਗੇ ਆ, ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਅਵੋਇਡ ਕਰਨੀਆਂ ਚਾਹੀਦੀਆਂ ਨੇ। ਜੀ ਡਾਕਟਰ ਸਾਹਿਬ, ਤੁਸੀਂ ਜਾਂਦੇ ਹੋਏ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤਾਂ ਕਿ ਸਪਾਈਨ ਦੀ ਪ੍ਰੋਬਲਮ ਤੋਂ ਲੋਕੀ ਬਚ ਸਕਣ? ਹਾਂਜੀ, ਮੈਂ ਸਪਾਈਨ ਬਾਰੇ ਕਹਿ ਲਓ ਜਾਂ ਓਵਰਆਲ ਬਾਡੀ ਬਾਰੇ ਹੀ ਇਹ ਸੁਨੇਹਾ ਦੇਣਾ ਚਾਹਾਂਗਾ। ਪਹਿਲੀ ਗੱਲ ਤਾਂ ਤੁਹਾਡੀ ਹੈਲਥ ਜਿਹੜੀ ਹੈ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਜੇ ਤੁਸੀਂ ਹੈਲਦੀ ਹੋ ਤੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਤੁਸੀਂ ਜ਼ਿੰਦਗੀ ਇੰਜੋਏ ਕਰ ਸਕਦੇ ਹੋ, ਬਟ ਜਿਹਦਾ ਉਲਟਾ ਕਰ ਲਓ ਵੀ ਤੁਹਾਡੀ ਹੈਲਥ ਨਹੀਂ ਹੈਗੀ, ਪੈਸੇ ਭਾਵੇਂ ਕਿੰਨੀ ਹੈ, ਤਾਂ ਤੁਸੀਂ ਜ਼ਿੰਦਗੀ ਇੰਜੋਏ ਨਹੀਂ ਕਰ ਸਕਦੇ। ਅਸੀਂ ਹਰ ਚੀਜ਼ 'ਚ ਇਨਵੈਸਟਮੈਂਟ ਕਰਦੇ ਹਾਂ ਬਟ ਆਪਣੀ ਹੈਲਥ 'ਚ ਕਦੇ ਇਨਵੈਸਟਮੈਂਟ ਨਹੀਂ ਕਰਦੇ। ਸਾਡੇ ਕੋਲ ਹਰ ਚੀਜ਼ ਲਈ ਟਾਈਮ ਹੈ ਬਟ ਆਪਣੀ ਹੈਲਥ ਲਈ ਟਾਈਮ ਨਹੀਂ, ਘੁੰਮਣ ਲਈ ਟਾਈਮ ਹੈ, ਇੱਧਰ ਗੱਲਾਂ ਕਰਨ ਲਈ ਟਾਈਮ ਹੈ। ਇੱਕ ਤਾਂ ਪਹਿਲੇ ਨੰਬਰ 'ਤੇ ਤਾਂ ਇਹੀ ਹੈ ਵੀ ਐਜ਼ ਏ ਰੂਲ ਆਪਣੀ ਹੈਲਥ ਲਈ ਜ਼ਰੂਰ ਘੰਟਾ ਡੇਢ ਘੰਟਾ ਨਿਕਾਲ ਕੇ ਰੱਖੋ। ਉਹਦੇ 'ਚ ਆਪਣੀਆਂ ਜਿਹੜੇ ਪ੍ਰੋਪਰ ਵਾਕਿੰਗ ਕਰੋ, ਐਕਸਰਸਾਈਜ਼ ਕਰੋ, ਆਪਣੀ ਡਾਈਟ ਇੰਪਰੂਵ ਕਰੋ, ਹੈ ਨਾ। ਤੇ ਉਸ ਤੋਂ ਇਲਾਵਾ ਦੂਸਰੀ ਚੀਜ਼ ਇਹ ਹੈ ਵੀ ਆਪਣੀ ਹੈਲਥ ਦੇ ਬਾਰੇ ਐਜੂਕੇਟ ਵੀ ਹੋਵੋ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੀ ਇਹ ਤੁਹਾਨੂੰ ਸਮੱਸਿਆ ਹੈ ਕਿਸ ਕਾਰਨ ਨਾਲ ਹੋ ਰਹੀ ਹੈ, ਤੇ ਅਗਰ ਤੁਹਾਨੂੰ ਲੱਗਦਾ ਕੋਈ ਤੁਹਾਨੂੰ ਸਮੱਸਿਆ ਹੋ ਰਹੀ ਹੈ ਤਾਂ ਇੱਧਰ ਉੱਧਰ ਜਾਣ ਦੀ ਬਜਾਏ ਆਪਣਾ ਜੋ ਵੀ ਹੈ ਰਿਸਪੈਕਟਿਵ ਕੁਆਲੀਫਾਈਡ ਬੰਦੇ ਨੂੰ ਦਿਖਾਓ, ਤੇ ਜੇ ਉਹ ਟੈਸਟ ਲਿਖਦਾ ਹੈ ਤਾਂ ਟੈਸਟ ਜ਼ਰੂਰ ਕਰਾਓ। ਇੱਕ ਇਹ ਬੜੀ ਲੋਕਾਂ 'ਚ ਭ੍ਰਾਂਤੀ ਹੈ, ਜਿਵੇਂ ਇੱਕ ਬੜਾ ਜੋਕ ਵੀ ਹੈ ਕਿ ਅਗਰ ਫੋਰਨ ਕੰਟਰੀ 'ਚ ਕਿਸੇ ਨੇ ਟੈਸਟ ਕਰਾਏ ਤੇ ਸਾਰੇ ਟੈਸਟ ਨਾਰਮਲ ਆ ਗਏ ਤਾਂ ਉਹ ਕਹਿੰਦਾ ਓ ਗੋਡ ਯੂ ਹੈਵ ਸੇਵਡ ਮੀ, ਬਟ ਅਗਰ ਇੰਡੀਆ 'ਚ ਟੈਸਟ ਕਰਾਏ ਤੇ ਸਾਰੇ ਟੈਸਟ ਨਾਰਮਲ ਆ, ਕਹਿੰਦਾ ਡਾਕਟਰ ਨੇ ਪੈਸੇ ਵੇਸਟ ਕਰਾਤੇ ਜੀ। तो एक्चुअली दिक्कत की है कि बीमारी का कारण ਲੱਭ के बीमारी ट्रीट करना ही सही तरीका है। तो टेस्ट करवाना अच्छी चीज़ है और टेस्ट नॉर्मल आना होर अच्छी चीज़ है कि ਤੁਹਾਨੂੰ ਕੋਈ ਸੀਰੀਅਸ ਪ੍ਰੋਬਲਮ ਨਹੀਂ ਹੈ ਤਾਂ ਡਾਕਟਰ ਕੋਲੇ ਜਾਣ ਤੋਂ ਤੇ ਟੈਸਟ ਕਰਾਉਣ ਤੋਂ ਪਰਹੇਜ਼ ਨਾ ਕਰੋ। ਪਰ ਇੱਕ ਹੋਰ ਮੈਂ ਲੋਕਾਂ 'ਚ ਬੜੀ ਅਜੀਬ ਜਿਹੀ ਚੀਜ਼ ਦੇਖੀ, ਉਹ ਆਪਣੇ ਆਪ ਹੀ ਟੈਸਟ ਕਰਾ ਲੈਂਦੇ ਆ ਜੀ। ਮੈਂ ਕਈ ਵਾਰ ਪੇਸ਼ੈਂਟ ਨੂੰ ਹੱਸਦਾ ਵੀ ਕਹਿਣਾ ਹੁੰਦਾ ਵੀ ਜਿਹੜੇ ਬੰਦੇ ਨੂੰ ਇਹ ਪਤਾ ਲੱਗ ਗਿਆ ਵੀ ਕਿਹੜੀ ਬਿਮਾਰੀ 'ਚ ਕਿਹੜਾ ਟੈਸਟ ਕਰਾਉਣਾ ਉਹ ਅੱਧਾ ਡਾਕਟਰ ਬਣ ਗਿਆ। ਤਾਂ ਇਦਾਂ ਹੀ ਰੈਂਡਮਲੀ ਟੈਸਟ ਨਹੀਂ ਕਰਾਓ, ਇਹ ਬੜੀ ਇੱਕ ਭ੍ਰਾਂਤੀ ਹੈ। ਹੁਣ ਪ੍ਰੋਬਲਮ ਤੁਹਾਨੂੰ ਕੀ ਹੋਰ ਆ, ਮਤਲਬ ਪ੍ਰੋਬਲਮ ਤੁਹਾਨੂੰ ਸਪਾਈਨ ਦੀ ਆ, ਉਹ 'ਚ MRI ਹੋਣੀ ਚਾਹੀਦੀ, ਤੁਸੀਂ ਉਹ ਖੂਨ ਦੇ ਟੈਸਟਾਂ ਦਾ ਥੱਬਾ ਲੈ ਕੇ ਆ ਕੇ ਡਾਕਟਰ ਕੋਲ, ਉਹਦਾ ਕੋਈ ਮਤਲਬ ਨਹੀਂ ਹੈ। ਆਪਣੀ ਹੈਲਥ ਬਾਰੇ ਪੜ੍ਹੋ, ਜੇ ਕੋਈ ਸਿੰਪਟਮ ਹੈ ਤਾਂ ਰੈਗੂਲਰ ਉਹਨੂੰ ਚੈੱਕ ਕਰਾਓ ਤੇ ਬਾਕੀ ਆਪਣੀ ਡਾਈਟ ਵਗੈਰਾ ਅੱਛੀ ਰੱਖੋ ਜੀ। ਡਾਕਟਰ ਬਿਕਰਮਜੀਤ ਸਿੰਘ, ਤੁਸੀਂ ਸਾਡੇ ਸ਼ੋਅ ਵਿੱਚ ਆਏ, ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ, ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਡਾਕਟਰ ਬਿਕਰਮਜੀਤ ਸਿੰਘ, ਕੰਸਲਟੈਂਟ ਨਿਊਰੋਸਰਜਨ, ਬ੍ਰੇਨ ਐਂਡ ਸਪਾਈਨ ਸਰਜਨ। ਵਧੇਰੀ ਜਾਣਕਾਰੀ ਲਈ ਕਾਲ ਕਰੋ 84 370 29 338 ਅਤੇ 85 918 29 338। ਡਾਕਟਰ ਬਿਕਰਮਜੀਤ ਸਿੰਘ, MBBS, MS, MCH, SGPGI, ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ ਜਲੰਧਰ। ਬ੍ਰੇਨ ਅਤੇ ਸਪਾਈਨ ਦੀ ਕਿਸੇ ਵੀ ਸਮੱਸਿਆ ਲਈ ਸੰਪਰਕ ਕਰੋ 84 370 29 338 ਅਤੇ 85 918 29 338।